ਸਤਿ ਸ੍ਰੀ ਅਕਾਲ। ਤੁਸੀਂ ਪੰਜਾਬਿਸਤਾਨ ਟੀਵੀ ਦੇਖ ਰਹੇ ਹੋ। ਮੈਂ ਤੁਹਾਡੇ ਨਾਲ ਸੁਖਵਿੰਦਰ ਸਿੰਘ। ਅੱਜ ਮੇਰੇ ਨਾਲ ਅਮਰੀਕਾ ਤੋਂ ਡਾਕਟਰ ਗਿਆਨ ਸਿੰਘ ਉੱਗੇ ਅਰਥ ਵਿਗਿਆਨੀ ਮੌਜੂਦ ਨੇ। ਅਸੀਂ ਗੱਲਬਾਤ ਕਰਾਂਗੇ ਖੇਤੀ ਕਾਨੂੰਨਾਂ ਨੂੰ ਲੈ ਕੇ। ਹੁਣ ਕੁਝ ਨਵੀਆਂ ਚਰਚਾਵਾਂ ਜਿਹੜੀਆਂ ਨੇ ਉਸ ਉੱਤੇ ਗੱਲਬਾਤ ਹੋਣੀ ਲਾਜ਼ਮੀ ਹੈ, ਕਿਉਂਕਿ ਸਰਦਾਰਾ ਸਿੰਘ ਜੋਹਲ ਜਿਹੜੇ ਨੇ ਉੱਗੇ, ਉਹ ਵੀ ਅਰਥ ਸ਼ਾਸਤਰੀ ਨੇ। ਉਹਨਾਂ ਦਾ ਇੱਕ ਬਿਆਨ ਕਾਫੀ ਚਰਚਾ ਦੇ ਵਿੱਚ, ਇੱਕ ਇੰਟਰਵਿਊ ਕਾਫੀ ਚਰਚਾ ਦੇ ਵਿੱਚ ਹੈ, ਜਿਹਦੇ ਵਿੱਚ ਉਹ ਕਹਿ ਰਹੇ ਨੇ ਕਿ ਖੇਤੀ ਕਾਨੂੰਨਾਂ ਦਾ ਬਦਲ ਚਾਹੀਦਾ। ਹੋਰ ਵੀ ਬੜੇ ਉਹਦੇ ਵਿੱਚ ਸਵਾਲ ਉੱਠ ਰਹੇ ਨੇ, ਉਹਨਾਂ ਉੱਤੇ ਅਸੀਂ ਗੱਲਬਾਤ ਕਰਾਂਗੇ ਕਿ ਆਖਿਰਕਾਰ ਇਸ ਸਮੱਸਿਆ ਦਾ ਹੱਲ ਜਿਹੜਾ ਉਹ ਕਿੱਥੇ ਤੱਕ ਨਿਕਲਦਾ ਆ। ਖੇਤੀ ਕਾਨੂੰਨਾਂ ਬਾਰੇ ਤਕਰੀਬਨ ਹੁਣ ਤੱਕ, ਜਦੋਂ ਤੋਂ ਅੰਦੋਲਨ ਸ਼ੁਰੂ ਹੋਇਆ ਜਾਂ ਉਸ ਤੋਂ ਪਹਿਲਾਂ ਜਾਂ ਹੁਣ ਤੱਕ, ਬਹੁਤ ਕੁਝ ਅਸੀਂ ਜਾਣ ਚੁੱਕੇ ਹਾਂ। ਤੁਹਾਨੂੰ ਸਭ ਨੂੰ ਸਮਝ ਆ ਗਿਆ ਹੋਣਾ ਕਿ ਆਖਿਰਕਾਰ ਸਮੱਸਿਆ ਕਿੱਥੇ ਹੈ। ਹੁਣ ਹੱਲ ਦੀ ਗੱਲ ਹੈ ਕਿ ਹੱਲ ਕਿੱਦਾਂ ਹੋ ਸਕਦਾ। ਗੱਲਬਾਤ ਕਰਾਂਗੇ। ਤੁਹਾਡਾ ਸਵਾਗਤ ਹੈ ਡਾਕਟਰ ਸਾਹਿਬ ਪੰਜਾਬਿਸਤਾਨ ਟੀਵੀ ਤੇ। ਸ਼ੁਕਰੀਆ ਜੀ ਤੁਹਾਡਾ। ਸ਼ੁਕਰੀਆ ਡਾਕਟਰ ਸਾਹਿਬ। ਕਿੱਦਾਂ, ਮੈਂ ਸਭ ਤੋਂ ਪਹਿਲਾਂ ਜਿਹੜਾ ਸਵਾਲ ਸਰਦਾਰਾ ਸਿੰਘ ਜੋਹਲ ਹੋਣਾ ਨੇ ਇਸ ਵੇਲੇ ਰੇਜ਼ ਕੀਤਾ ਹੈ, ਉਹ ਇਹ ਗੱਲ ਕਹਿੰਦੇ ਨੇ ਕਿ ਖੇਤੀ ਕਾਨੂੰਨਾਂ ਦਾ ਕਿਸਾਨਾਂ ਨੂੰ ਸਰਕਾਰ ਦੇ ਵੱਲ ਕੋਈ ਬਦਲ ਦੇਣਾ ਚਾਹੀਦਾ। ਸਰਕਾਰ ਨੂੰ ਇਸ ਦਾ ਹੱਲ ਦੱਸਣ ਕਿ ਕੀ ਹੋ ਸਕਦਾ, ਫਿਰ ਸਰਕਾਰ ਵਿਚਾਰ ਕਰੇ। ਤੁਹਾਡਾ ਕੀ ਮੰਨਣਾ ਹੈ ਕਿ ਇਹਦਾ ਬਦਲ ਕੀ ਹੈ? ਇਹ ਸੁਖਵਿੰਦਰ ਜੀ, ਗੱਲ ਇਹ ਹੈ ਕਿ ਜਿਹੜੇ ਖੇਤੀ ਨਾਲ ਸੰਬੰਧਿਤ ਤਿੰਨੇ ਐਕਟ ਬਣਾਏ ਨੇ, ਨਾ ਉਹ ਕਿਸਾਨਾਂ ਦੇ ਹੱਕ 'ਚ ਨੇ, ਨਾ ਉਹ ਖਪਤਕਾਰਾਂ ਦੇ ਹੱਕ 'ਚ ਨੇ। ਇਹਦਾ ਬਦਲ ਤੇ ਬਹੁਤ ਸਿੱਧਾ ਸਪਸ਼ਟ ਜਿਹਾ ਹੈਗਾ। ਇਹ ਪੂਰੇ ਦੇਸ਼ ਦੀ 50% ਦੇ ਕਰੀਬ ਆਬਾਦੀ ਖੇਤੀਬਾੜੀ ਤੇ ਨਿਰਭਰ ਹੈ, ਜਾਂ ਰੋਜੀ ਰੋਟੀ ਅੱਧੀ ਆਬਾਦੀ ਦੀ ਖੇਤੀਬਾੜੀ ਤੇ ਨਿਰਭਰ ਹੈ, ਤਾਂ ਉਹਨੂੰ ਰਾਸ਼ਟਰੀ ਆਮਦਨ ਚੋਂ ਉਹਦਾ ਬਣਦਾ ਹਿੱਸਾ ਦੇਣਾ ਚਾਹੀਦਾ ਹੈ। ਹੁਣ ਕੇਂਦਰ ਸਰਕਾਰ ਦੇ ਆਪਦੇ ਅੰਕੜਿਆਂ ਅਨੁਸਾਰ ਇਹ 50% ਆਬਾਦੀ ਨੂੰ 16% ਦੇ ਕਰੀਬ ਰਾਸ਼ਟਰੀ ਆਮਦਨ ਚੋਂ ਦਿੱਤਾ ਜਾ ਰਿਹਾ ਹੈ। ਇਸ ਲਈ ਉਹਨੂੰ ਵਧਾਉਣ ਦੀ ਲੋੜ ਹੈਗੀ, ਤਾਂ ਕਿ ਜਿਹੜੇ ਉੱਥੇ ਐਡੀ ਵੱਡੀ ਗਿਣਤੀ 'ਚ ਲੋਕ ਨੇ, ਉਹਨਾਂ ਦਾ ਜ਼ਿੰਦਗੀ ਦੀਆਂ ਮੁੱਢਲੀਆਂ 7 ਲੋੜਾਂ ਸਤਿਕਾਰਯੋਗ ਢੰਗ ਨਾਲ ਪੂਰੀਆਂ ਹੋ ਸਕਣ। ਇਸ ਲਈ ਬਦਲ ਤਾਂ ਇਹ ਹੈ, ਹਾਲ ਦੀ ਘੜੀ ਜਿਹੜੇ ਤਿੰਨੇ ਕਾਨੂੰਨ ਹੈ ਉਹਨਾਂ ਨੂੰ ਤਾਂ ਸਿੱਧੇ ਹੀ ਰਿਪੀਲ ਕਰ ਦੇਣਾ ਚਾਹੀਦਾ ਹੈਗਾ। ਉਹ ਤਾਂ ਕੋਈ ਦੋ ਰਾਏ ਨਹੀਂ ਹੋ ਸਕਦੀਆਂ, ਨਾ ਉਹ ਕਿਸਾਨਾਂ ਦੇ ਹੱਕ 'ਚ ਹੈ, ਨਾ ਖਪਤਕਾਰਾਂ ਦੇ ਹੱਕ 'ਚ ਹੈ। ਤੇ ਜਿਹੜੀ ਦੂਜੀ ਗੱਲ ਹੈਗੀ ਵੀ ਹੁਣ ਅੱਗੇ ਕੀ ਕੀਤਾ ਜਾਵੇ। ਅੱਗੇ ਤਾਂ ਇਹ ਹੈ, ਅੱਗੇ ਕਰਨ ਵਾਲਾ ਤਾਂ ਬਹੁਤ ਕੁਝ ਪਿਆ ਹੈਗਾ ਕਿ ਕੇਂਦਰ ਸਰਕਾਰ ਆਪਦੀਆਂ ਜਿਹੜੀ ਖੇਤੀਬਾੜੀ ਨੀਤੀਆਂ ਨੇ ਤੇ ਸੂਬਾ ਸਰਕਾਰਾਂ ਆਪਦੀਆਂ ਖੇਤੀਬਾੜੀ ਨੀਤੀਆਂ ਨੂੰ ਬਦਲਣ। ਮੇਨ ਰੋਲ ਕੇਂਦਰ ਸਰਕਾਰ ਦਾ ਹੈਗਾ, ਇਹ ਸਪਲੀਮੈਂਟਰੀ ਰੋਲ ਸੂਬਾ ਸਰਕਾਰਾਂ ਦਾ ਹੈਗਾ। ਜਦੋਂ ਖੇਤੀਬਾੜੀ ਨੀਤੀਆਂ ਬਦਲੀਆਂ ਜਾਣਗੀਆਂ ਤਾਂ ਉਹਦੇ ਨਾਲ ਗੱਲ ਬਣਨੀ ਹੈ, ਕਿਉਂਕਿ ਜੇ ਅਸੀਂ ਬਾਹਰਲੇ ਦੇਸ਼ਾਂ ਦੀ ਗੱਲ ਕਰੀ ਜਾਵਾਂਗੇ ਕਿ ਉੱਥੇ 1.5% ਆਬਾਦੀ ਨਿਰਭਰ ਹੈ ਖੇਤੀ ਤੇ, ਉੱਥੇ 2% ਹੈ, ਉੱਥੇ 5% ਤੋਂ ਘੱਟ ਹੈ, ਤਾਂ ਇਹ ਕੋਈ ਬਹੁਤੀ ਵਧੀਆ ਗੱਲ ਨਹੀਂ ਹੋਊਗੀ। ਕਿਉਂਕਿ ਬਾਹਰਲੇ ਦੇਸ਼ਾਂ 'ਚ ਜਿੱਥੇ ਖੇਤੀਬਾੜੀ ਖੇਤਰ ਤੋਂ ਆਬਾਦੀ ਨੂੰ ਉਦਯੋਗਿਕ ਅਤੇ ਸੇਵਾਵਾਂ ਦੇ ਖੇਤਰ 'ਚ ਲੈ ਗਏ ਨੇ, ਉੱਥੇ ਉਹਨਾਂ ਨੇ ਉਦਯੋਗਿਕ ਤੇ ਸੇਵਾਵਾਂ ਦੇ ਖੇਤਰਾਂ 'ਚ ਬਹੁਤ ਸਾਰੀਆਂ ਨੌਕਰੀਆਂ ਉਸ ਮੌਕੇ ਪੈਦਾ ਕੀਤੀਆਂ। ਤੇ ਨਾਲ ਨਾਲ ਉੱਥੇ ਜਦੋਂ ਬੇਰੁਜ਼ਗਾਰੀ ਹੁੰਦੀ ਹੈ, ਉਹਨਾਂ ਨੇ ਸਮਾਜਿਕ ਸੁਰੱਖਿਆ ਵੀ ਦਿੱਤੀ, ਜਿਵੇਂ ਅਨਐਮਪਲਾਇਮੈਂਟ ਅਲਾਊਂਸ ਹੈ ਜਾਂ ਹੋਰ ਇਸ ਤਰ੍ਹਾਂ ਦਾ ਸਾਰਾ ਕੁਛ ਹੈਗਾ। ਤੇ ਪਰ ਉੱਥੇ ਵੀ ਜਿਹੜੇ ਹੈਗੇ ਲੋਕ, ਉਹ ਜਿਹੜੀ ਛੋਟੀ ਕਿਸਾਨੀ ਆ ਉੱਥੋਂ ਦੇ ਨੋਰਮ ਦੇ ਮੁਤਾਬਕ, ਉਹ ਉੱਥੇ ਵੀ ਸੁਖੀ ਨਹੀਂ ਹੈ, ਸਰਕਾਰੀ ਨੀਤੀਆਂ ਦਾ ਦੁਖੀ ਹੈ। ਹਾਲਾਂਕਿ ਇਹ ਬਾਹਰਲੇ ਦੇਸ਼ਾਂ ਦੀਆਂ ਬਹੁਤੀਆਂ ਸਰਕਾਰਾਂ ਆਪਦੇ ਕਿਸਾਨਾਂ ਨੂੰ ਸੁਖੀ ਰੱਖਣ ਲਈ ਇਹ ਜਿਹੜਾ ਹੈਗਾ ਵੱਖ-ਵੱਖ ਉਪਾਅ ਕਰਦੀਆਂ ਨੇ। ਸਭ ਤੋਂ ਵੱਡਾ ਉਪਾਅ ਹੈ ਕਿ ਉਹ ਆਪਦੇ ਕਿਸਾਨਾਂ ਨੂੰ ਕੋਈ ਨਾ ਕੋਈ ਆਮਦਨ ਦਾ ਸਾਧਨ ਦੇ ਰਹੀਆਂ ਨੇ, ਜਿਵੇਂ OECD ਕੰਟਰੀਜ਼ ਨੇ ਜਾਂ ਅਮਰੀਕਾ ਹੈਗਾ ਜਾਂ ਇਹਦੇ ਵਰਗੇ ਹੋਰ ਕੰਟਰੀਜ਼ ਨੇ। ਇਹ ਆਪਦੇ ਕਿਸਾਨਾਂ ਨੂੰ ਵੱਡੀ ਸਬਸਿਡੀ ਦਿੰਦੀਆਂ ਨੇ। ਇੱਕ ਦਲੀਲ ਇਹ ਦਿੱਤੀ ਜਾਂਦੀ ਹੈ ਕਿ ਭਾਰਤ ਦੇ ਵਿੱਚ ਜਿਹੜੇ ਸਰਕਾਰੀ ਅੰਕੜੇ ਆ ਉਹਨਾਂ ਮੁਤਾਬਕ 86% ਜਿਹੜੇ ਹੈਗੇ ਸਮਾਨ ਤੇ ਛੋਟੇ ਕਿਸਾਨ ਹੈ, ਜਿਹਨਾਂ ਕੋਲ 5 ਏਕੜ ਜਾਂ 2 ਹੈਕਟੇਅਰ ਤੋਂ ਘੱਟ ਜ਼ਮੀਨ ਹੈ, ਤੇ ਉਹਨਾਂ ਦਾ ਗੁਜ਼ਾਰਾ ਨਹੀਂ ਹੋਣਾ ਇਹ ਭਾਵੇਂ ਉਹਨਾਂ ਨੂੰ ਕੀਮਤਾਂ ਕਿਸੇ ਵੀ ਤਰ੍ਹਾਂ ਦੇ ਦਿੱਤੀਆਂ ਜਾਣ। ਮੇਰੀ ਇਸ ਗੱਲ ਨਾਲ ਸਹਿਮਤੀ ਹੈ ਕਿ ਖੇਤੀਬਾੜੀ ਦੇ ਗੁਜ਼ਾਰਾ ਹੋਣ ਲਈ ਫਾਰਮ ਸਾਈਜ਼ ਦਾ ਰੌਲਾ ਨਹੀਂ ਹੈਗਾ ਕਿ ਇਹ ਫਾਰਮ ਸਾਈਜ਼ ਵਾਇਬਲ ਹੈ ਜਾਂ ਨਹੀਂ ਹੈ। ਇਸ ਤਰ੍ਹਾਂ ਦੀਆਂ ਗੱਲਾਂ ਅਸੀਂ ਪਹਿਲਾਂ ਵੀ ਜਿਹੜੀਆਂ ਨਤੀਜਾ ਪ੍ਰਮੁੱਖ ਗੱਲਾਂ ਨੇ ਬਹੁਤ ਵਾਰੀ ਸੁਣੀਆਂ ਨੇ। ਕੋਈ ਬੰਦਾ 10 ਏਕੜ ਕਹਿ ਦਿੰਦਾ ਤੇ ਫਿਰ ਇੱਥੋਂ ਇਹਨਾਂ ਨੂੰ ਕੱਢਣ ਦੀ ਗੱਲ ਕਹਿ ਦਿੰਦਾ, ਦਰਅਸਲ 'ਚ ਉਹ ਉਜਾੜੇ ਦੀ ਗੱਲ ਹੁੰਦੀ ਹੈ। ਤੇ ਆਰਗੂਮੈਂਟ ਵੀ ਬੜਾ ਅਜੀਬ ਬਣਾਉਂਦੇ ਨੇ ਕਿ ਹਾਸ਼ੀਏ ਉੱਪਰਲੇ ਲੋਕਾਂ ਦਾ ਉੱਜੜਨਾ ਉਹਨਾਂ ਦੇ ਹੱਕ 'ਚ ਹੁੰਦਾ ਹੈਗਾ। ਜਿਹੜੇ OECD ਦੇਸ਼ ਨੇ, ਇਹਨਾਂ 'ਚੋਂ ਇੱਕ ਦੇਸ਼ ਹੈਗਾ ਜਾਪਾਨ। ਜਾਪਾਨ ਦੇ ਵਿੱਚ ਬਹੁਤੇ ਕਿਸਾਨ ਰੈਜ਼ੀਡੈਂਸ਼ੀਅਲ ਫਾਰਮਰ ਹੈ, ਕਿ ਕਿਸਾਨ ਆਪਦੇ ਖੇਤ 'ਚ ਰਹਿ ਕੇ ਖੇਤੀ ਕਰਦਾ ਤੇ ਪਾਰਟ ਟਾਈਮ ਕਿਤੇ ਹੋਰ ਕੰਮ ਕਰਦਾ ਹੈ, ਪਰ ਉਹਦੇ ਕੋਲ ਜਿਹੜੀ ਜ਼ਮੀਨ ਆ ਉਹ ਇੱਕ ਚੌ ਤੱਕ ਹੈਗੀ। ਜਿਹੜਾ ਇੱਕ ਚੌ ਹੈ ਇਹ ਫਿਜ਼ੀਕਲ ਮੈਜ਼ਰ ਹੈਗਾ, ਜਿਹਦਾ ਭਾਵ ਹੈ
2.5 ਏਕੜ ਤੋਂ ਮਾਮੂਲੀ ਜਿਹੀ ਘੱਟ ਜ਼ਮੀਨ ਹੈ, ਜੇ ਉੱਥੇ 2.5 ਏਕੜ ਤੋਂ ਘੱਟ ਵਾਲੀ ਜ਼ਮੀਨ ਦਾ ਮਾਲਕ ਦਾ ਗੁਜ਼ਾਰਾ ਹੋ ਸਕਦਾ, ਸਾਡੇ ਕਿਉਂ ਨਹੀਂ ਹੋਊਗਾ? ਰੌਲਾ ਤਾਂ ਹੈ ਕਿ ਸਰਕਾਰੀ ਨੀਤੀਆਂ ਉਹਨੂੰ ਕਿਸ ਤਰ੍ਹਾਂ ਵਾਇਬਲ ਬਣਾਉਣ। ਜਾਪਾਨ ਹੋਰ OECD ਦੇਸ਼ਾਂ ਤੇ ਹਾਈਲੀ ਡਿਵੈਲਪ ਕੰਟਰੀ ਦੇ ਵਿੱਚ ਕਿਸਾਨਾਂ ਨੂੰ ਜਿਹੜੀ ਇਨਕਮ ਵਧਾਈ ਜਾਂਦੀ ਹੈ, ਉਹਨਾਂ ਦੀ ਇਨਕਮ ਸਪੋਰਟ ਮੈਜਰ ਦੇ ਥਰੂ, ਉਹਦੇ ਨਾਲ ਵਾਇਬਲ ਹੋ ਜਾਂਦੇ। ਇਸ ਲਈ ਫਾਰਮ ਸਾਈਜ਼ ਨਹੀਂ ਮੈਟਰ ਕਰਦਾ। ਹਾਂ, ਜਿਸ ਤਰ੍ਹਾਂ ਫਾਰਮ ਸਾਈਜ਼ ਵੱਧਦਾ ਹੈਗਾ, ਉਹਦੇ ਨਾਲ ਉਤਪਾਦਨ ਤੋਂ ਵੱਡਾ ਫਾਇਦਾ ਜਿਵੇਂ ਵੱਡਾ ਹੁੰਦਾ ਜਾਂਦਾ ਹੈ, ਉਹਨੂੰ ਹੁੰਦਾ ਹੈ, ਜਿਹੜੇ ਥੱਲੇ ਵਾਲੇ ਉਹਨਾਂ ਨੂੰ ਘੱਟ ਹੁੰਦਾ। ਪਰ ਸਰਕਾਰੀ ਨੀਤੀਆਂ ਜਿਹੜੀ ਸਬਸਿਡੀ ਜਾਂ ਹੋਰ ਰਹਿਤਾਂ ਨੇ, ਉਹਨਾਂ ਨੂੰ ਛੋਟਿਆਂ ਦੇ ਹੱਕ 'ਚ ਕਰਕੇ ਕਾਫੀ ਕੁਝ ਕਰ ਸਕਦੀਆਂ ਨੇ। ਇਸ ਤੋਂ ਬਿਨਾਂ ਇੱਕ ਵੱਡੀ ਗੱਲ ਇਹ ਵੀ ਹੈਗੀ ਕਿ ਕਿਸਾਨ ਤੋਂ ਬਿਨਾਂ ਵੀ ਖੇਤੀਬਾੜੀ ਆਰਥਿਕਤਾ ਦੀ ਪੌੜੀ ਵਾਲੇ ਦੋ ਥੱਲੇ ਦੇ ਡੰਡੇ ਨੇ, ਖੇਤ ਮਜ਼ਦੂਰ ਤੇ ਪਿੰਡੂ ਛੋਟੇ ਕਾਰੀਗਰ, ਜਿਹੜੇ ਘਸਦੇ ਵੀ ਜ਼ਿਆਦਾ ਨੇ, ਟੁੱਟਦੇ ਵੀ ਜ਼ਿਆਦਾ, ਜਿਹਨਾਂ ਨੂੰ ਠੁੱਡੇ ਵੀ ਜ਼ਿਆਦਾ ਮਾਰੇ ਜਾਂਦੇ ਆ। ਉਹਨਾਂ ਕੋਲ ਤਾਂ ਵੇਚਣ ਲਈ ਉਹ ਕੁਝ ਨਹੀਂ ਹੁੰਦਾ ਹੈਗਾ ਸਿਵਾਏ ਉਹਨਾਂ ਦੇ ਆਪਦੀ ਲੇਬਰ ਤੋਂ, ਕਿਉਂਕਿ ਸਾਧਨ ਵਿਹੂਣੇ ਲੋਕ ਆ, ਜ਼ਮੀਨ ਤੋਂ ਬਿਨਾਂ ਲੋਕ ਹੈਗੇ। ਇਸ ਲਈ ਉਹਨਾਂ ਲਈ ਵੀ ਖੇਤੀਬਾੜੀ ਨੀਤੀਆਂ ਬਣਾਉਣੀਆਂ ਪੈਣਗੀਆਂ ਕਿ ਉਹਨਾਂ ਦੀ ਆਮਦਨ ਨੂੰ ਕਿਵੇਂ ਬਚਾਉਣਾ ਹੈ। ਕਿਉਂਕਿ 60ਵਿਆਂ 'ਚ ਜਦੋਂ ਅਸੀਂ ਭੁੱਖ ਦਾ ਸਾਹਮਣਾ ਕਰ ਰਹੇ ਸੀ, PL 480 ਅਧੀਨ ਅਨਾਜ ਮੰਗਵਾ ਰਹੇ ਸੀ, ਤਾਂ ਉਸ ਸਮੇਂ ਜਿਹੜਾ ਹੈਗਾ ਅਸੀਂ ਜਿਹੜੀ ਖੇਤੀਬਾੜੀ ਦੀ ਨਵੀਂ ਯੁਗਤ ਅਪਣਾਈ, ਉਹਦੇ ਵਿੱਚ ਜਿਹੜਾ ਪਲੰਦਾ ਹੈਗਾ, ਪਲੰਦੇ ਵਿੱਚੋਂ ਮਸ਼ੀਨਰੀ ਅਤੇ ਨਦੀਨਨਾਸ਼ਕਾਂ ਦੀ ਜਿਹੜੀ ਵਰਤੋਂ ਹੈ, ਜਿਸ ਤਰ੍ਹਾਂ ਉਹ ਅਸੀਂ ਸ਼ੁਰੂ ਕੀਤੀ, ਵਧਾਉਂਦੇ ਗਏ, ਉਹਨੇ ਖੇਤੀਬਾੜੀ 'ਚ ਰੁਜ਼ਗਾਰ ਦੇ ਦਿਨ ਘੱਟ ਕਰਤੇ ਨੇ। ਇਸ ਲਈ ਇਹਨਾਂ ਕੋਲ ਉਹਦਾ ਕਿਰਤ ਵੇਚਣ ਤੋਂ ਸਿਵਾਏ ਕੁਝ ਹੋਰ ਨਹੀਂ ਹੈਗਾ, ਤੇ ਰੁਜ਼ਗਾਰ ਦੇ ਦਿਨ ਘੱਟ ਗਏ ਤੇ ਕਿਸਾਨ ਆਪ ਘਟੇ ਜਾ ਰਹੇ ਨੇ। ਇਹ ਸਰਕਾਰ ਦੀਆਂ ਨੀਤੀਆਂ ਕਰਕੇ ਖੇਤੀਬਾੜੀ ਘਾਟੇ ਵਾਲਾ ਧੰਦਾ ਬਣਾਈ ਹੋਈ ਹੈ। ਤੇ ਇਸ ਕਰਕੇ ਜਿਹੜੀ ਗੱਲ ਹੈਗੀ ਕਿਸਾਨਾਂ ਦੀ, ਖਾਸ ਕਰਕੇ ਜਿਸ ਤਰ੍ਹਾਂ ਅਸੀਂ ਥੱਲੇ ਨੂੰ ਉਹਨੇ ਸਕੇਲ ਡਾਊਨ ਕਰਦੇ ਹਾਂ ਲਾਰਜ ਫਾਰਮ ਕੈਟੇਗਰੀ ਤੋਂ ਮਾਰਜਨ ਫਾਰਮ ਕੈਟੇਗਰੀ ਵੱਲ, ਅਤੇ ਥੱਲੇ ਵਾਲੀ ਪੇਂਡੂ ਆਰਥਿਕਤਾ ਦੀ ਥੱਲੇ ਵਾਲੀ ਪੌੜੀ ਦੇ ਦੋ ਥੱਲੇ ਵਾਲੇ ਡੰਡੇ, ਖੇਤ ਮਜ਼ਦੂਰ ਤੇ ਪੇਂਡੂ ਕਾਰੀਗਰ, ਇਹ ਉਹਨਾਂ ਦੇ ਹਿੱਤਾਂ ਨੂੰ ਵੀ ਸਾਨੂੰ ਸੁਰੱਖਿਅਤ ਕਰਨਾ ਪਊਗਾ। ਬਿਲਕੁਲ ਬਿਲਕੁਲ। ਡਾਕਟਰ ਸਾਹਿਬ, ਜਦੋਂ ਵੀ ਇਹ ਗੱਲ ਤੁਰਦੀ ਹੈ ਖੇਤੀ ਕਾਨੂੰਨਾਂ ਨੂੰ ਲੈ ਕੇ, ਖੇਤੀ ਸੈਕਟਰ ਨੂੰ ਲੈ ਕੇ, ਕਿਸਾਨਾਂ ਦੀਆਂ ਸਮੱਸਿਆਵਾਂ ਨੂੰ ਲੈ ਕੇ, ਤਾਂ ਜਿਵੇਂ ਕਿ ਤੁਸੀਂ ਗੱਲ ਕੀਤੀ, ਜਿੰਨੇ ਵੀ ਵਿਦਵਾਨਾਂ ਨਾਲ ਗੱਲ ਕਰ ਲਈਏ, ਉਹ ਚਾਹੁੰਦੇ ਨੇ ਕਿ ਖੇਤੀ ਨੀਤੀ ਬਣੇ, ਕੇਂਦਰ ਵੀ ਬਣਾਵੇ ਤੇ ਸੂਬਾ ਸਰਕਾਰਾਂ ਵੀ ਬਣਾਉਣ। ਪਰ ਉਹ ਖੇਤੀ ਨੀਤੀ ਥੋੜਾ ਸਪਸ਼ਟ ਕਰੋਗੇ ਕਿ ਖੇਤੀ ਨੀਤੀ ਕਿਸ ਤਰ੍ਹਾਂ ਦੀ ਹੋਣੀ ਚਾਹੀਦੀ ਹੈ, ਕੇਂਦਰ ਕਿਸ ਤਰ੍ਹਾਂ ਦੀ ਬਣਾਵੇ ਤੇ ਪੰਜਾਬ ਸਰਕਾਰ ਕਿਸ ਤਰ੍ਹਾਂ ਦੀ ਬਣਾਵੇ, ਤਾਂ ਕਿ ਕਿਸਾਨਾਂ ਤੱਕ ਵੀ ਥੋੜੀ ਇਹ ਗੱਲ ਸਮਝ ਪਵੇ ਉਹਨਾਂ ਤੱਕ। ਦੇਖੋ, ਇੱਕ ਸਵਾਲ ਅਕਸਰ ਪੁੱਛਿਆ ਜਾਂਦਾ ਹੈ ਕਿ ਸੂਬਾ ਸਰਕਾਰ ਨੇ ਖੇਤੀਬਾੜੀ ਨੀਤੀ ਕਿਉਂ ਨਹੀਂ ਬਣਾਈ, ਸਾਡੇ ਸੂਬੇ ਦੇ ਸੰਬੰਧ ਜਾਂ ਹੋਰ ਸੂਬਿਆਂ ਦੇ ਸੰਬੰਧ 'ਚ। ਪਰ ਮੈਨੂੰ ਇਹ ਲੱਗਦਾ ਕਿ ਜਿਸ ਤਰ੍ਹਾਂ ਦਾ ਸਾਡਾ ਅੱਜ ਇਹ ਪੋਲੀਟੀਕਲ ਸਿਸਟਮ ਹੈਗਾ, ਉਹਦੇ ਵਿੱਚ ਸੂਬਾ ਸਰਕਾਰ ਕੋਲ ਖੇਤੀਬਾੜੀ ਨੀਤੀ ਬਣਾਉਣ ਲਈ ਬਹੁਤ ਘੱਟ ਗੁੰਜਾਇਸ਼ ਹੈਗੀ। ਪਹਿਲੀ ਗੱਲ, ਜਿਹੜੀ ਖੇਤੀਬਾੜੀ ਜਿਣਸਾਂ ਦੀਆਂ ਘੱਟੋ ਘੱਟ ਸਮਰਥਨ ਕੀਮਤਾਂ ਨੇ, ਉਹਨਾਂ ਨੂੰ ਤੈਅ ਕੇਂਦਰ ਸਰਕਾਰ ਕਰਦੀ ਹੈ। ਜਿਹੜੇ ਖੇਤੀਬਾੜੀ ਉਤਪਾਦਨ ਦੇ ਵਿੱਚ ਮੇਨ ਸਾਧਨ ਇਨਪੁਟਸ ਵਰਤੇ ਜਾਂਦੇ ਨੇ, ਇਹ ਉਹਦੀਆਂ ਕੀਮਤਾਂ ਨੂੰ ਕੰਟਰੋਲ, ਰੈਗੂਲੇਟ ਕਰਨਾ ਜਾਂ ਡੀਰੈਗੂਲੇਟ ਕਰਨਾ, ਜਾਂ ਉਹਨਾਂ ਨੂੰ ਕੰਟਰੋਲ 'ਚ ਰੱਖਣਾ, ਜਾਂ ਬੇਲਗਾਮ ਮੰਡੀ ਦੇ ਹਵਾਲੇ ਕਰਨਾ। ਜਿਵੇਂ ਡੀਜ਼ਲ ਦੀ ਕੀਮਤ ਹੈ, ਉਹ ਬੇਲਗਾਮ ਮੰਡੀ ਦੇ ਹਵਾਲੇ ਕੀਤੀ ਹੈ, ਉਹ ਅਸਮਾਨ ਨੂੰ ਲੱਗ ਗਈ ਜਾ ਕੇ, ਹੈ ਨਾ। DAP ਦੀ ਕੀਮਤ ਪਹਿਲਾਂ ਹੀ 3-4 ਗੁਣਾ ਵਧਾਤੀ ਤੇ ਹੁਣ ਦੁੱਗਣੀ ਕਰਕੇ ਫੇਰ ਸਬਸਿਡੀ ਦਿਖਾ ਕੇ ਉਹਨੂੰ ਹਲੇ ਉੱਥੇ ਰੱਖਿਆ ਹੈਗਾ। ਜਿਹੜੇ ਮੇਨ ਇਨਪੁਟਸ ਹੈ, ਉਹਦੀਆਂ ਕੀਮਤਾਂ ਨੂੰ ਬੇਲਗਾਮ ਮੰਡੀ ਦੇ ਹਵਾਲੇ ਕਰਨਾ ਜਾਂ ਉਹਦੇ ਕੰਟਰੋਲ ਕਰਨਾ, ਉਹ ਕੇਂਦਰ ਸਰਕਾਰ ਕੋਲ ਹੈ। ਜਿਹੜਾ ਖੇਤੀਬਾੜੀ ਦਾ ਇੰਸਟੀਟਿਊਸ਼ਨਲ ਵਿੱਤ ਹੈ, ਸੰਸਥਾਈ ਵਿੱਤ ਹੈ, ਭਾਵ ਬੈਂਕਾਂ ਦਾ ਜਾਂ ਹੋਰ ਇਸ ਤਰ੍ਹਾਂ ਦੇ ਅਦਾਰਿਆਂ ਦਾ, ਉਹ ਕੇਂਦਰ ਸਰਕਾਰ ਦੇ ਕੰਟਰੋਲ ਥੱਲੇ ਹੈਗਾ ਕੁੱਲ ਮਿਲਾ ਕੇ। ਤੇ ਇਸ ਤੋਂ ਬਿਨਾਂ ਜਿਹੜੀ ਖੇਤੀਬਾੜੀ ਜਿਣਸਾਂ ਨੇ, ਉਹਨਾਂ ਨੂੰ ਦੇਸ਼ 'ਚ ਬਾਹਰਲੇ ਦੇਸ਼ਾਂ ਤੋਂ ਮੰਗਵਾਉਣਾ ਜਾਂ ਆਪਣੇ ਦੇਸ਼ ਤੋਂ ਬਾਹਰਲੇ ਦੇਸ਼ਾਂ ਨੂੰ ਭੇਜਣਾ, ਉਹਦੇ ਬਾਰੇ ਡਿਸਾਈਡ ਜਿਹੜਾ ਹੈਗਾ ਕੇਂਦਰ ਸਰਕਾਰ ਨੇ ਕਰਨਾ ਹੈ। ਇਸ ਤਰ੍ਹਾਂ ਦੇ ਵੱਖ-ਵੱਖ ਇਹ ਆਸਪੈਕਟ ਹੈ, ਜਿਹਦੇ ਕਰਕੇ ਖੇਤੀਬਾੜੀ ਨੀਤੀ ਕੁੱਲ ਮਿਲਾ ਕੇ ਕੇਂਦਰ ਸਰਕਾਰ ਦੇ ਹੱਥ 'ਚ ਹੈ। ਸੂਬਾ ਸਰਕਾਰਾਂ ਦੇ ਹੱਥ 'ਚ ਇੱਕ ਗੱਲ ਹੈਗੀ ਜਿਹੜੀ ਬਹੁਤ ਇੰਪੋਰਟੈਂਟ ਹੈ, ਜਿੱਥੇ ਸੂਬਾ ਸਰਕਾਰਾਂ ਫੇਲ ਹੋ ਰਹੀਆਂ ਨੇ, ਖਾਸ ਕਰਕੇ ਸਾਡੇ ਵਾਲੇ ਸੂਬੇ 'ਚ, ਉਹ ਹੈ ਲੈਂਡ ਰਿਫਾਰਮਸ ਦਾ ਕੰਮ। ਜਿਹੜਾ ਲੈਂਡ ਰਿਫਾਰਮ ਦਾ ਕੰਮ ਹੈ, ਸਾਡੇ ਕੋਲ ਪੰਚਾਇਤੀ ਜ਼ਮੀਨ ਹੈਗੀ, ਤੇ ਫਿਰ ਸਾਡੇ ਕੋਲ ਧਾਰਮਿਕ ਸਥਾਨਾਂ ਦੀ ਜ਼ਮੀਨਾਂ ਹੈਗੀਆਂ ਸਾਂਝੀਆਂ। ਇਹ ਜਿਹੜੀ ਪੰਚਾਇਤੀ ਜ਼ਮੀਨ ਹੈ, ਉਹ ਜੋ ਕਾਨੂੰਨ ਮੁਤਾਬਕ 1/3 ਜ਼ਮੀਨ ਇਹ ਖੇਤ ਦਲਤਾਂ ਦੀ ਹੈਗੀ, ਉਹਨਾਂ ਦੇ ਵਿੱਚ ਬੋਲੀ ਹੋਣੀ ਉਹਨਾਂ ਨੂੰ ਜਾਣੀ ਹੈ। ਮੈਨੂੰ ਤਾਂ ਲੱਗਦਾ ਕਿ ਸੂਬਾ ਸਰਕਾਰ, ਕੋਈ ਵੀ ਸਰਕਾਰ ਹੈ ਜਿਹੜੀ ਲੋਕਾਂ ਦੀ ਵੈਲਫੇਅਰ ਲਈ ਹੁੰਦੀ ਹੈ, ਲੋਕਾਂ ਦੇ ਭਲਾਈ ਲਈ ਹੁੰਦੀ ਹੈ, ਜੇ ਇਹ ਗੱਲ ਹੈਗੀ ਤਾਂ ਉਹਨਾਂ ਨੂੰ ਠੇਕੇ ਤੇ ਜ਼ਮੀਨ ਕਿਉਂ ਦਿੱਤੀ ਜਾਂਦੀ ਹੈ? ਉਹਨਾਂ ਦੀਆਂ ਸੰਸਥਾਵਾਂ, ਸਹਿਕਾਰੀ ਸੰਸਥਾਵਾਂ ਬਣਾ ਕੇ ਜ਼ਮੀਨ ਉਹਨਾਂ ਨੂੰ ਕਿਉਂ ਨਾ ਦਿੱਤੀ ਜਾਵੇ, ਜਿਹੜੀ ਉਹਨਾਂ ਦੀ ਬਣਦੀ ਹੈ, ਉਹਨਾਂ ਤੋਂ ਠੇਕਾ ਕਿਉਂ ਲਿਆ ਜਾਵੇ? ਇਸ ਲਈ ਉੱਥੇ ਜਿਹੜੀਆਂ ਡੰਮੀ ਬੋਲੀ ਹੁੰਦੀਆਂ ਨੇ, ਫਰਜ਼ੀ ਬੋਲੀਆਂ ਹੁੰਦੀਆਂ ਨੇ, ਕੋਈ ਹੋਰ ਬੰਦਾ ਬੋਲੀ ਦੇ ਜਾਂਦਾ ਹੈ ਦਲਤਾਂ ਦੇ ਨਾਂ ਤੇ,
ਉਹਨੂੰ ਰੋਕਣਾ ਚਾਹੀਦਾ ਹੈ। ਤੇ ਜਿਹੜਾ ਧਰਮ ਦੀ ਗੱਲ ਹੈ, ਇਹ ਗੁਰੂ ਦੀ ਗੋਲਕ, ਗਰੀਬ ਦਾ ਮੂੰਹ ਗੁਰੂ ਦੀ ਗੋਲਕ, ਤਾਂ ਸਾਨੂੰ ਸਿੱਖ ਧਰਮ, ਬਾਕੀ ਧਰਮ ਵੀ ਇਸ ਤਰ੍ਹਾਂ ਦੀਆਂ ਗੱਲਾਂ ਸਿਖਾਉਂਦੇ ਨੇ ਸਾਨੂੰ। ਜਿਹੜੀਆਂ ਗੁਰਦੁਆਰਾ ਸਾਹਿਬ ਜਾਂ ਹੋਰ ਧਾਰਮਿਕ ਸਥਾਨਾਂ ਜ਼ਮੀਨਾਂ ਨੇ, ਉਹ ਵੀ ਇਹਨਾਂ ਦਲਿਤ ਮਜ਼ਦੂਰਾਂ ਨੂੰ, ਤੇ ਇਸ ਤੋਂ ਬਿਨਾਂ ਜ਼ਮੀਨ ਵੀ ਹੋਣੇ ਦੂਜੇ ਕੈਟੇਗਰੀ ਦੇ ਮਜ਼ਦੂਰਾਂ ਨੂੰ ਵੀ, ਜਾਂ ਔਰਤਾਂ ਜਾਂ ਸਹਿਕਾਰੀ ਸੰਸਥਾਵਾਂ ਬਣਾ ਕੇ ਚੱਲਦੀਆਂ ਨੇ, ਉਹਨਾਂ ਨੂੰ ਦੇਣੇ ਚਾਹੀਦੇ ਨੇ। ਇਸ ਲਈ ਜਿਹੜੇ ਸੂਬਾ ਸਰਕਾਰਾਂ ਨੇ, ਉਹਨਾਂ ਦਾ ਰੋਲ ਸਿਰਫ ਲੈਂਡ ਨਾਲ ਰਿਲੇਟਡ ਹੈਗਾ। ਬਾਕੀ ਜਿਹੜੇ ਮੇਨ ਪਾਲਿਸੀ ਨੇ ਉਹ ਕੇਂਦਰ ਸਰਕਾਰ ਕੋਲ ਨੇ, ਜਿਨ੍ਹਾਂ ਨੂੰ ਵੱਡੇ ਪੱਧਰ ਤੇ ਬਦਲਣ ਦੀ ਲੋੜ ਹੈਗੀ। ਇੱਕ ਗੱਲ ਇਹ ਕਹੀ ਜਾਂਦੀ ਹੈ ਕਿ ਜਿਹੜੀਆਂ ਮਿਨੀਮਮ ਸਪੋਰਟ ਪ੍ਰਾਈਸਿਸ ਹੈ, ਇਹਦੇ ਨਾਲ ਗੱਲ ਬਣਨੀ ਨਹੀਂ। ਮੈਂ ਬਿਲਕੁਲ ਇਸ ਗੱਲ ਨਾਲ ਸਹਿਮਤ ਹਾਂ। ਜੇ ਮਿਨੀਮਮ ਸਪੋਰਟ ਪ੍ਰਾਈਸਿਸ ਨੇ, ਅੱਜ ਕੇਂਦਰ ਸਰਕਾਰ ਤਾਂ ਇਹ ਦਾਅਵਾ ਠੋਕ ਰਹੀ ਹੈ ਕਿ ਅਸੀਂ ਸਵਾਮੀਨਾਥਨ ਕਮਿਸ਼ਨ ਦੀ ਰਿਕਮੈਂਡੇਸ਼ਨ ਦੇ ਬੇਸਿਸ ਤੇ ਕਾਸਟ ਆਫ ਪ੍ਰੋਡਕਸ਼ਨ ਪਲੱਸ 50% ਦੇਤਾ ਹੈ। ਨਹੀਂ, ਇਹ ਗੱਲ ਨਹੀਂ ਹੈਗੀ। ਪਹਿਲੀ ਗੱਲ ਤਾਂ ਉਹਨਾਂ ਨੇ ਦਿੱਤਾ ਹੀ ਨਹੀਂ ਹੈਗਾ। A2 ਪਲੱਸ FL ਦਿੱਤਾ ਹੈ। ਜਿਹੜੀਆਂ ਪੇਡ ਆਊਟ ਕਾਸਟ ਹੈ ਉਹ ਦਿੱਤੀਆਂ ਨੇ, ਮਾਮੂਲੀ ਕੋਈ ਹੋਰ ਪਾਈ ਹੈ, ਤੇ ਜਿਹੜੀ ਫੈਮਿਲੀ ਲੇਬਰ ਆ ਉਹ ਥੋੜੀ ਪਾਈ ਹੈਗੀ। ਜਦੋਂ ਕਿ ਨੀਤੀ ਆਯੋਗ ਦੇ ਖੇਤੀਬਾੜੀ ਮੈਂਬਰ ਰਮੇਸ਼ ਚੰਦ ਨੇ, ਜਿਹੜੇ ਉਹਨਾਂ ਦਾ, ਜਦੋਂ ਉਹਨਾਂ ਨੂੰ ਇੱਕ ਕਮੇਟੀ ਦਾ ਚੇਅਰਮੈਨ ਬਣਾਇਆ ਗਿਆ ਸੀ UPA ਸਰਕਾਰ ਮੌਕੇ, ਉਹਨਾਂ ਨੇ ਤਾਂ ਕਿਹਾ ਜਿਹੜਾ ਖੇਤੀਬਾੜੀ ਪਰਿਵਾਰ ਦਾ ਹੈੱਡ ਹੈ, ਉਹਦੀ ਮਜ਼ਦੂਰੀ ਵੀ ਸਕਿਲਡ ਲੇਬਰ ਦੇ ਤੌਰ ਤੇ ਪਾਉਣੀ ਚਾਹੀਦੀ ਹੈ। ਰਿਸਕ ਕਰਕੇ ਵੀ 10% ਮਿਨੀਮਮ ਸਪੋਰਟ ਪ੍ਰਾਈਸ ਤੇ ਵੱਧ ਦੇਣਾ ਚਾਹੀਦਾ। ਜਿਹੜੀਆਂ ਮਿਨੀਮਮ ਸਪੋਰਟ ਪ੍ਰਾਈਸਿਸ ਹੈ, ਉਹਦੇ ਨਾਲ ਇਹ ਜ਼ਰੂਰ ਹੈ, ਜਿਸ ਤਰ੍ਹਾਂ ਕੈਟੇਗਰੀ ਵੱਡੀ ਤੋਂ ਛੋਟੀ ਫਾਰਮਰ ਦੀ ਕੈਟੇਗਰੀ ਵੱਲ ਨੂੰ ਆਵਾਂਗੇ, ਉਹਨਾਂ ਨੂੰ ਫਾਇਦਾ ਘਟਦਾ ਜਾਊਗਾ, ਕਿਉਂਕਿ ਉਹਨਾਂ ਕੋਲ ਵੇਚਣ ਲਈ ਘੱਟ ਹੁੰਦਾ ਹੈ। ਪਰ ਜੇ ਉਹਨੂੰ ਅਸੀਂ ਬਿਲਕੁਲ ਖਤਮ ਕਰ ਦਾਂਗੇ, ਜਿਸ ਤਰ੍ਹਾਂ ਜਿਹੜੇ ਪਹਿਲੇ 2 ਖੇਤੀ ਕਾਨੂੰਨ ਕਰਦੇ ਆ, ਫਿਰ ਤੇ ਸਿੱਧੀ ਲੁੱਟ ਹੋ ਜਾਊਗੀ। ਫਿਰ ਤੇ ਕਿਸਾਨ ਜਿਹੜਾ ਹੈਗਾ ਜ਼ਮੀਨ ਚੋਂ ਬਾਹਰ ਹੋਊਗਾ, ਤੇ ਅਰਬੀ ਊਠ ਵਾਲੀ ਗੱਲ ਹੋਊਗੀ। ਊਠ ਸਿਰ ਅੰਦਰ ਨੂੰ ਕਰਦਾ ਸਾਰਾ ਅੰਦਰ ਹੋਊਗਾ, ਮਾਲਕ ਵਾਲਾ ਮਾਲਕ ਮਕਾਨ ਬਾਹਰ ਹੋਊਗਾ। ਉਹ ਗਲਤ ਹੈ। ਇਸ ਲਈ ਇਹ ਸਮਰਥਨ ਕੀਮਤਾਂ ਜਿਹੜੀਆਂ ਨੇ, ਇਹ ਪ੍ਰੋਫਿਟੇਬਲ ਹੋਣੀਆਂ ਚਾਹੀਦੀਆਂ ਨੇ, ਰੈਮੂਨੇਟਿਵ ਹੋਣੀ ਚਾਹੀਦੀ। ਪਰ ਇਹਦੇ ਨਾਲ ਇਹ ਵੱਖ-ਵੱਖ ਕੈਟੇਗਰੀ ਦੀ ਆਮਦਨ ਨੂੰ, ਇਹ ਉਹਦੀਆਂ 7 ਬੁਨਿਆਦੀ ਲੋੜਾਂ ਪੂਰਾ ਕਰਨ ਲਈ ਉਸ ਲੈਵਲ ਤੱਕ ਇਹ ਵੱਖ-ਵੱਖ ਪੱਖਾਂ ਤੋਂ ਵਧਾਉਣਾ ਪਊਗਾ। ਜੀ ਡਾਕਟਰ ਸਾਹਿਬ, ਜਦੋਂ ਇਹ ਸਾਰੀਆਂ ਗੱਲਾਂ ਹੁੰਦੀਆਂ ਹੈ ਕਿ ਖੇਤੀ ਨੀਤੀ ਬਣਾ ਲੈ ਕੇਂਦਰ, ਸੂਬੇ ਬਣਾ ਲੈਣ, ਫਿਰ ਇਸ ਉੱਤੇ ਵਿਚਾਰ ਕਿਉਂ ਨਹੀਂ ਹੁੰਦਾ? ਕੇਂਦਰ ਸਰਕਾਰ ਜਾਂ ਸੂਬਾ ਸਰਕਾਰਾਂ ਇਸ ਉੱਤੇ ਵਿਚਾਰ ਕਿਉਂ ਨਹੀਂ ਕਰਦੀਆਂ? ਵਿਦਵਾਨ ਇਹ ਗੱਲ ਕਹਿੰਦੇ ਨੇ, ਹਾਲਾਂਕਿ ਵਿਦਵਾਨਾਂ ਦੇ ਵਿੱਚ ਵੀ ਕੁਝ ਨੇ ਜਿਹੜੇ ਭਾਵੇਂ ਉਹ ਸਰਕਾਰੀ ਬੋਲੀ ਬੋਲਣ, ਕੁਝ ਧੜੇ ਇਹੋ ਜਿਹੇ ਨੇ ਜਿਹੜੇ ਕਿਸਾਨ ਪੱਖੀ ਜਾਂ ਲੋਕ ਪੱਖੀ ਗੱਲਬਾਤ ਕਰਦੇ ਨੇ, ਪਰ ਸਰਕਾਰ ਇਸ ਗੱਲ ਨੂੰ ਸਮਝ ਕਿਉਂ ਨਹੀਂ ਰਹੀ? ਕਿਉਂ ਇਸ ਪਾਸੇ ਵੱਲ ਕਦਮ ਨਹੀਂ ਪੁੱਟਿਆ ਜਾਂਦਾ, ਜਦੋਂ ਪਤਾ ਹੈ ਕਿ ਹੱਲ ਇੱਥੇ ਪਿਆ? ਤੁਸੀਂ ਖੇਤੀ ਨੀਤੀ ਬਣਾਓ, ਹੱਲ ਨਿਕਲ ਜਾਏਗਾ, ਫਿਰ ਵੀ ਇਸ ਉੱਤੇ ਵਿਚਾਰ ਨਹੀਂ ਕੀਤਾ ਜਾਂਦਾ। ਸੁਖਵਿੰਦਰ ਸਿੰਘ ਜੀ, ਗੱਲ ਇਹ ਹੈਗੀ, ਇਹ ਚਾਹੇ ਅਰਥ ਵਿਗਿਆਨੀ ਨੇ, ਚਾਹੇ ਹੋਰ ਵਿਦਵਾਨ ਨੇ, ਉਹ 2 ਤਰ੍ਹਾਂ ਦੇ ਹੈਗੇ। ਜਾਂ ਤਾਂ ਲੋਕਾਂ ਦੇ ਨੇ, ਜਾਂ ਉਹ ਸਰਕਾਰੀ ਨੇ, ਜਾਂ ਸਰਕਾਰੀ ਜਾਂ ਕਾਰਪੋਰੇਸ਼ਨਾਂ ਦੇ ਨੇ, ਹੈ ਨਾ। ਜਿਹੜੇ ਸਰਕਾਰੀ ਜਾਂ ਕਾਰਪੋਰੇਸ਼ਨਾਂ ਦੇ ਨੇ, ਉਹਦਾ ਜਿਹੜਾ ਵਰਤਾਅ ਹੈ ਉਹ ਤੇ ਬੜਾ ਅਜੀਬ ਹੈ। ਉਹ ਕੋਲੋਂ ਹੀ ਅੰਕੜੇ ਬਣਾ ਲੈਂਦੇ ਨੇ, ਉਸ ਤਰ੍ਹਾਂ ਹੀ ਨਤੀਜਾ ਪ੍ਰਮੁੱਖ ਅਧਿਐਨ ਕਰ ਦਿੰਦੇ ਨੇ, ਤੇ ਕਿਸਾਨਾਂ, ਖੇਤ ਮਜ਼ਦੂਰਾਂ ਜਾਂ ਕਿਰਤੀਆਂ ਦੇ ਉਜਾੜੇ ਨੂੰ ਉਹਦੇ ਹੱਕ 'ਚ ਦੱਸ ਦਿੰਦੇ ਨੇ। ਤੇ ਇਹ ਵੀ ਕਹਿੰਦੇ ਆ ਕਿ ਜੇ 10 ਏਕੜ ਤੋਂ ਘੱਟ ਜ਼ਮੀਨ ਹੋਵੇ ਤਾਂ ਉਹਦੇ ਨਾਲ ਗੁਜ਼ਾਰਾ ਨਹੀਂ ਹੋਣਾ। ਇਹਦਾ ਭਾਵ ਵੀ ਉਹਨਾਂ ਨੂੰ ਇੱਥੋਂ ਕੱਢਿਆ ਜਾਵੇ, ਖੇਤੀ ਤੋਂ ਬਾਹਰ ਲਿਜਾਇਆ ਜਾਵੇ। ਉੱਥੇ ਇੱਕ ਸਵਾਲ ਪੁੱਛਣਾ ਬਣਦਾ ਹੈ, ਜੇ ਇਹਨਾਂ ਨੂੰ ਖੇਤੀ ਤੋਂ ਬਾਹਰ ਲਿਆਵਾਂਗੇ, ਰੁਜ਼ਗਾਰ ਦੇ ਮੌਕੇ ਕਿੱਥੇ ਨੇ? ਸਾਡੇ ਉਦਯੋਗਿਕ ਖੇਤਰ 'ਚ ਪਹਿਲਾਂ ਹੀ ਇੰਪਲਾਇਮੈਂਟ ਗਰੋਥ ਰੇਟ ਨੈਗੇਟਿਵ ਹੈ, ਭਾਵ ਜਿਹੜੇ ਪਹਿਲੇ ਲੱਗੇ ਸੀ ਉਹਨਾਂ ਨੂੰ ਕੱਢਿਆ ਜਾ ਰਿਹਾ। ਜਿਹੜੇ ਪਹਿਲੇ ਪੱਕੇ ਤੌਰ ਤੇ ਲੱਗੇ ਹੋਏ ਸੀ ਉਹਨਾਂ ਨੂੰ ਕੱਚੇ ਤੌਰ ਤੇ ਰੱਖਿਆ ਜਾ ਰਿਹਾ, ਜਾਂ ਦਿਹਾੜੀ ਤੇ ਰੱਖਿਆ ਜਾ ਰਿਹਾ, ਜਾਂ ਪੀਸ ਵੇਜੇ ਤੇ ਰੱਖਿਆ ਜਾ ਰਿਹਾ, ਜਾਂ ਠੇਕੇਦਾਰ ਦੇ ਥਰੂ ਰੱਖਿਆ ਜਾ ਰਿਹਾ। ਉਹਨਾਂ ਦੀ ਹਾਲਤ ਬੁਰੀ ਹੈ। ਤੇ ਜਿਹੜਾ ਸਾਡਾ ਸਰਵਿਸ ਸੈਕਟਰ ਹੈ, ਤੁਸੀਂ ਪਟਿਆਲੇ ਸ਼ਹਿਰ 'ਚ ਰਹਿੰਦੇ ਹੋ, ਤੁਸੀਂ ਮਾਰਕੀਟ ਦਾ ਗੇੜਾ ਮਾਰੋ, ਤੁਹਾਨੂੰ ਸਰਵਿਸ ਸੈਕਟਰ 'ਚ ਬੰਦੇ ਮਿਲਣਗੇ। ਉਹਨਾਂ ਨੂੰ ਇੰਟਰਵਿਊ ਕਰੋ, ਜਾਂ ਤੁਸੀਂ ਉਹਨਾਂ ਤੋਂ ਤਨਖਾਹ ਪੁੱਛੋਗੇ, ਤੁਸੀਂ ਆਪ ਹੈਰਾਨ ਹੋ ਜਾਓਗੇ ਵੀ ਇਹਨਾਂ ਦਾ ਗੁਜ਼ਾਰਾ ਕਿਵੇਂ ਹੁੰਦਾ ਹੋਊਗਾ। ਇਹ 12 ਘੰਟੇ ਦੁਕਾਨਾਂ ਤੇ ਕੰਮ ਕਰਦੇ ਨੇ ਜਾਂ ਕਾਰੋਬਾਰਾਂ 'ਚ ਕੰਮ ਕਰਦੇ ਨੇ, ਤਾਂ ਇਹਦਾ ਗੁਜ਼ਾਰਾ ਕਿਵੇਂ ਹੋਊਗਾ? ਇਸ ਲਈ ਜਿਹੜੇ ਸਾਡੇ ਸਰਕਾਰੀ ਬੋਲੀ ਬੋਲਣ ਵਾਲੇ ਬੰਦੇ ਨੇ, ਜਾਂ ਕਾਰਪੋਰੇਸ਼ਨਾਂ ਦੀ ਬੋਲੀ ਬੋਲਣ ਵਾਲੇ ਬੰਦੇ ਨੇ, ਉਹ ਛੋਟੀਆਂ ਵਿਅਰਥ ਰਿਆਇਤਾਂ ਲਈ ਆਪਦੇ ਕੋਲੋਂ ਇਸ ਤਰ੍ਹਾਂ ਦੇ ਨਤੀਜਾ ਪ੍ਰਮੁੱਖ ਅਧਿਐਨ ਕਰਦੇ ਰਹੇ, ਜਿਹੜੇ ਲੋਕ ਵਿਰੋਧੀ ਹੁੰਦੇ ਨੇ। ਪਰ ਇਹ ਮੈਨੂੰ ਲੱਗਦਾ ਹੈ ਕਿ ਲੋਕਾਂ ਦੀ ਗੱਲ ਕਰਨ ਵਾਲੇ ਜਿਹੜੇ ਹੈਗੇ ਅਰਥ ਵਿਗਿਆਨੀ ਜਾਂ ਵਿਦਵਾਨ, ਉਹਨਾਂ ਦੀ ਗਿਣਤੀ ਬਹੁਤ ਜ਼ਿਆਦਾ ਹੈਗੀ। ਉਹ ਵੱਖ-ਵੱਖ ਪਲੇਟਫਾਰਮ ਤੇ ਆ ਕੇ ਗੱਲ ਕਰਦੇ ਨੇ ਤੇ ਲੋਕਾਂ ਦੀ ਗੱਲ ਕਰ। ਤੁਹਾਡਾ ਅਗਲਾ ਜਿਹੜਾ ਮੇਨ ਕੁਐਸਚਨ ਹੈ ਉਹ ਹੈ ਕਿ ਸਰਕਾਰਾਂ, ਫਿਰ ਭਾਵੇਂ ਕੇਂਦਰ ਸਰਕਾਰ ਹੈ ਜਾਂ ਸੂਬਾ ਸਰਕਾਰਾਂ, ਉਹ ਕਿਰਤੀਆਂ ਦੇ ਪੱਖੀ ਜਾਂ ਕਿਸਾਨ ਕਿਰਤੀਆਂ ਦੇ ਪੱਖੀ ਨੀਤੀਆਂ ਕਿਉਂ ਨਹੀਂ ਬਣਾਉਂਦੇ? ਦੇਖੋ, ਜਦੋਂ ਆਪਣਾ ਦੇਸ਼ ਆਜ਼ਾਦ ਹੋਇਆ ਸੀ 1950 'ਚ ਆਪਣਾ ਯੋਜਨਾ ਕਮਿਸ਼ਨ ਬਣਦਾ ਹੈ, 1951 'ਚ ਆਪਣੀ ਯੋਜਨਾਬੰਦੀ ਸ਼ੁਰੂ ਹੁੰਦੀ ਹੈ।
1951 ਤੋਂ ਲੈ ਕੇ 1980 ਤੱਕ ਆਪਾਂ ਯੋਜਨਾਬੰਦੀ ਦਾ ਸਮਾਂ ਮੰਨਦੇ ਹਾਂ। ਉਹਦੇ ਵਿੱਚ ਜਿਹੜੀਆਂ ਨੀਤੀਆਂ ਬਣੀਆਂ ਉਹਦੇ ਨਾਲ ਸਾਡਾ ਜਨਤਕ ਖੇਤਰ ਵਧਿਆ, ਲੋਕਾਂ ਦੀ ਇੰਪਲਾਇਮੈਂਟ ਵਧੀ, ਲੋਕਾਂ ਦਾ ਇਨਕਮ ਲੈਵਲ ਵਧਿਆ। ਤੇ ਮੈਂ ਨਹੀਂ ਕਹਿੰਦਾ, ਇਹ ਐਮਪੀਰੀਕਲ ਸਟੱਡੀਜ਼ ਨੇ ਜਿਨ੍ਹਾਂ ਤੋਂ ਇਹ ਗੱਲ ਸਾਹਮਣੇ ਆਈ ਹੈ ਕਿ ਉਸ ਮੌਕੇ ਦੇਸ਼ 'ਚ ਆਰਥਿਕ ਸਮਾਨਤਾਵਾਂ ਘਟੀਆਂ ਨੇ। 1980 ਤੋਂ ਬਾਅਦ ਫਿਰ ਜਿਹੜੀ ਯੋਜਨਾਬੰਦੀ ਉਹਨੂੰ ਪੁੱਠੇ ਗੇਅਰ 'ਚ ਪਾ ਦਿੱਤਾ ਗਿਆ। 1991 ਤੋਂ ਜਦੋਂ ਦੀਆਂ ਦੇਸ਼ 'ਚ ਨਵੀਆਂ ਆਰਥਿਕ ਨੀਤੀਆਂ ਅਪਣਾਈਆਂ ਨੇ, ਜਿਹੜੀਆਂ LPG ਮਾਡਲ ਹੈ, ਇਹ ਉਦਾਰੀਕਰਨ ਦੀਆਂ ਨੇ, ਨਿੱਜੀਕਰਨ ਦੀਆਂ ਨੇ, ਸੰਸਾਰੀਕਰਨ ਦੀਆਂ ਨੇ। ਉਸ ਤੋਂ ਬਾਅਦ ਲਗਾਤਾਰ ਜਿੰਨੀਆਂ ਵੀ ਸਰਕਾਰਾਂ ਆਈਆਂ ਨੇ, ਭਾਵੇਂ ਉਹ ਯੂਪੀ ਦੇ ਨੇ ਭਾਵੇਂ ND ਦੇ ਨੇ, ਸਾਰੀਆਂ ਹੀ ਜਿਹੜੀਆਂ ਹੈਗੀਆਂ ਸਰਮਾਏਦਾਰ ਜਾਂ ਕਾਰਪੋਰੇਟ ਪੱਖੀ ਨੇ। ਇਸ ਕਰਕੇ ਉਹ ਜਿਹੜੀਆਂ ਨੀਤੀਆਂ ਨੇ ਉਹ ਕਹਿਣ ਨੂੰ ਤਾਂ ਇਹ ਜਿਹੜਾ ਹੈਗਾ ਕਿਸਾਨ ਖੇਤ ਮਜ਼ਦੂਰਾਂ ਦੇ ਨਾਂ ਤੇ ਬਣਾਉਂਦੀਆਂ ਨੇ, ਪਰ ਗੱਲ ਇਹਨਾਂ ਦੇ ਉਲਟ ਹੁੰਦੀ ਹੈਗੀ। ਇਸ ਕਰਕੇ ਸੂਬਾ ਸਰਕਾਰਾਂ ਦੀ ਵੀ ਹਾਲਤ ਇਹ ਜਿਹੀ ਹੈਗੀ। ਜਦੋਂ ਇਹਨਾਂ ਦਾ ਤੁਸੀਂ ਐਨਾਲਿਸਿਸ ਕਰੋਗੇ ਜਾਂ ਇਹਦਾ ਜਿਹੜਾ ਹੈਗਾ ਇਹ ਚਾਰਟ ਇਵੈਲਿਊਟ ਕਰੋਗੇ ਤਾਂ ਪਤਾ ਲੱਗਦਾ ਕੁੱਲ ਮਿਲਾ ਕੇ ਇਹ ਸਰਮਾਏਦਾਰ ਵਰਗ ਦੇ ਹੱਕ 'ਚ ਭੁਗਤ ਰਹੀਆਂ ਨੇ, ਕਿਸਾਨ ਖੇਤੀਆਂ ਦੇ ਵਿਰੁੱਧ ਭੁਗਤ ਰਹੀਆਂ ਨੇ। ਜੀ ਡਾਕਟਰ ਸਾਹਿਬ, ਜਦੋਂ ਕਿਹਾ ਜਾਂਦਾ ਹੈ ਕਿ ਕਿਸਾਨਾਂ ਨੂੰ ਖੇਤੀ ਦੇ ਨਾਲ ਜਿਹੜੇ ਜਿਨ੍ਹਾਂ ਦੀ ਇੰਨੀ ਇਨਕਮ ਨਹੀਂ ਹੈਗੀ ਉਹਨਾਂ ਨੂੰ ਇੱਕ ਨਾਲੋਂ ਨਾਲ ਹੋਰ ਰੋਜ਼ਗਾਰ ਦੇ ਵੱਲ, ਹੋਰ ਉਹਨਾਂ ਦਾ ਜਿਹੜਾ ਉਧਰ ਹੁਲਾਰਾ ਮਿਲੇ, ਉਧਰਲੇ ਪਾਸੇ ਨੂੰ ਉਤਸ਼ਾਹਿਤ ਕੀਤਾ ਜਾਵੇ ਜਾਂ ਉਧਰਲੇ ਰਾਹ ਖੋਲੇ ਜਾਵੇ। ਪਰ ਜਦੋਂ ਲੇਬਰ ਐਕਟ ਆਉਂਦਾ ਹੈ ਇਹੋ ਜਿਹੇ ਸੰਦਰਭ ਦੇ ਵਿੱਚ, ਫਿਰ ਆਪਾਂ ਕਿਸ ਤਰ੍ਹਾਂ ਸਮਝੀਏ ਇਹ ਕਾਰਨ ਕੀ ਹੈ ਕਿ ਕਿਸਾਨਾਂ ਨੂੰ ਖੇਤੀ ਨਾਲੋਂ ਤੋੜ ਕੇ ਉਧਰਲੇ ਪਾਸੇ ਵੱਲ ਨੂੰ ਤੋਰਨ ਦੀ ਕੋਸ਼ਿਸ਼ ਹੈ? ਦੇਖੋ, ਜਿਹੜੇ ਤਾਂ ਮਤਲਬ ਸਰਕਾਰ ਦੇ ਪੱਖੋਂ ਦਲੀਲ ਆਉਂਦੀ ਹੈ ਇਸ ਤਰ੍ਹਾਂ ਦੀ, ਇਹ ਉਹਦੇ ਵਿੱਚ ਤਾਂ ਕੋਈ ਜਾਨ ਨਹੀਂ ਹੈਗੀ, ਹੈ ਨਾ। ਵੀ ਜਿਹੜੇ ਕਹਿੰਦੇ ਵੀ ਖੇਤੀਬਾੜੀ ਤੋਂ ਬਾਹਰ ਆਉਣਾ ਚਾਹੀਦਾ, ਬਾਹਰ ਕਿੱਥੇ ਆਈ ਜਾਵੇ ਉਹਨਾਂ ਨੂੰ ਕੁਐਸਚਨ ਪੁੱਛਣਾ ਬਣਦਾ। ਪਰ ਜਿਹੜੀ ਮੈਨੂੰ ਗੱਲ ਲੱਗਦੀ ਆ ਕਿ ਜਿਹੜੇ ਕਿਸਾਨ ਨੇ, ਜਿੱਥੋਂ ਤੱਕ ਜਿਹੜੀ ਚੀਜ਼ ਦੀ ਉਹ ਉਤਪਾਦਨ ਕਰਦੇ ਨੇ, ਉਹ ਉਤਪਾਦਨ ਲਈ ਜਿੰਨੇ ਸਾਧਨ ਵਰਤਦੇ ਆ, ਫਿਰ ਜਿਹੜਾ ਉਤਪਾਦਨ ਹੋ ਜਾਂਦਾ ਉਹਨੂੰ ਵੇਚਦੇ ਨੇ। ਉਹਦੇ ਵਿੱਚ ਸਹਿਕਾਰੀ ਇਹ ਅਦਾਰੇ ਬਣਾ ਸਕਦੇ ਨੇ ਕਿ ਜਦੋਂ ਖਰੀਦਣਾ ਮਾਰਕੀਟ 'ਚੋਂ ਇਕੱਠੇ ਹੋ ਕੇ ਖਰੀਦਣ, ਸਸਤਾ ਮਿਲੂਗਾ। ਜਦੋਂ ਵੇਚਣਾ ਇਕੱਠੇ ਹੋ ਕੇ ਵੇਚਣ, ਭਾਵੇਂ ਆਪਦੇ ਖੇਤ ਦੇ ਕਿਨਾਰੇ ਤੇ ਵੇਚਣਾ, ਭਾਵੇਂ ਕਿਸੇ ਹੋਰ ਥਾਂ ਵੇਚਣਾ, ਕਸਬੇ 'ਚ ਵੇਚਣਾ, ਸ਼ਹਿਰ 'ਚ ਵੇਚਣਾ, ਜਾ ਕੇ ਆਪਦੇ ਜਿਹੜੇ ਬੂਥ ਬਣਾ ਕੇ ਵੇਚਣ। ਤੇ ਨਾਲੇ ਤਾਂ ਉੱਥੇ ਖਪਤਕਾਰ ਨੂੰ ਸਸਤਾ ਮਿਲੇ, ਨਾਲੇ ਇਹਨਾਂ ਦੇ ਕੋਲ 4 ਪੈਸੇ ਆਉਣ, ਨਾਲੇ ਵਿਚੋਲਾ ਖਤਮ ਹੋਵੇ ਜਿਹਦੇ ਬਾਰੇ ਰੌਲਾ ਪੈਂਦਾ ਹੈਗਾ। ਤੇ ਦੂਜਾ ਵੱਡਾ ਕੰਮ, ਸਰਕਾਰੀ ਨੀਤੀਆਂ ਬਾਰੇ ਮੈਂ ਖਾਸਾ ਕਹਿੰਦਾ ਕਿ ਉਹਨਾਂ ਨੂੰ ਰਾਸ਼ਟਰੀ ਆਮਦਨ 'ਚ ਉਹਨਾਂ ਦਾ ਬਣਦਾ ਹਿੱਸਾ, ਪਰ ਕਿਸਾਨਾਂ ਦੇ ਲਈ ਜਿਹੜਾ ਹੈਗਾ, ਮੈਨੂੰ ਇਹ ਲੱਗਦਾ ਕਿ ਸਾਡੇ ਜਿਹੜਾ ਸਿਸਟਮ ਹੈ ਉਹਦੇ ਵਿੱਚ ਸਹਿਕਾਰੀ ਖੇਤੀ ਵੱਡਾ ਯੋਗਦਾਨ ਪਾ ਸਕਦੀ ਹੈ। ਕਿ ਜੇ ਤਕਰੀਬਨ ਇੱਕੋ ਜਿਹੇ ਜਾਂ ਲਗਭਗ ਬਰਾਬਰ ਫਾਰਮ ਸਾਈਜ਼ ਵਾਲੇ ਕਿਸਾਨ ਆਪਦੀਆਂ ਸਹਿਕਾਰੀ ਸੰਮਤੀਆਂ ਬਣਾ ਕੇ ਖੇਤੀ ਕਰਨ ਤਾਂ ਉਹਨਾਂ ਨੂੰ ਬਹੁਤ ਸਾਰੇ ਫਾਇਦੇ ਹੋਣਗੇ। ਕਿਉਂਕਿ ਸਾਡੇ ਕੋਲ ਕੇਰਲਾ ਦਾ ਐਕਸਪੀਰੀਅੰਸ ਹੈ, ਜਿੱਥੇ 68,000 ਤੋਂ ਵੱਧ ਇਹ ਜ਼ਮੀਨ ਵਿਹੂਣੀਆਂ ਔਰਤਾਂ ਦੀਆਂ ਸਹਿਕਾਰੀ ਖੇਤੀਬਾੜੀ ਸੰਮਤੀਆਂ ਨੇ। ਜਿਹੜੀ ਉਹਦੇ ਉਤਪਾਦਨ ਹੈ ਉਹ 1.9 ਗੁਣਾ, ਭਾਵ ਦੁੱਗਣਾ, ਜਿਹੜੇ ਮੇਲ ਡੋਮੀਨੇਟਡ ਫਾਰਮ ਨੇ, ਅਤੇ ਜਿਹੜੀ ਉਹਦੀ ਆਮਦਨ ਹੈ, ਸ਼ੁੱਧ ਆਮਦਨ, ਉਹ 5 ਗੁਣਾ ਹੈਗੀ। ਇਸ ਲਈ ਜਿਹੜਾ ਕੇਰਲਾ ਮਾਡਲ ਹੈ ਉਹਨੇ ਸਾਨੂੰ ਇਹ ਦਿਖਾਇਆ ਕਿ ਸਹਿਕਾਰੀ ਸੰਮਤੀਆਂ, ਜਿਹੜੀ ਸਹਿਕਾਰੀ ਖੇਤੀਬਾੜੀ ਸੰਸਥਾਵਾਂ ਨੇ ਇਹ ਜਾਂ ਉਹ ਖੇਤੀਬਾੜੀ ਹੈ, ਉਹ ਬਹੁਤ ਅੱਗੇ ਜਾ ਸਕਦੀ ਹੈ। ਇਸ ਲਈ ਕਿਸਾਨ ਸਹਿਕਾਰੀ ਖੇਤੀਬਾੜੀ ਵੱਲ ਆ ਸਕਦੇ ਆ। ਤੇ ਜਿਹੜਾ ਮੈਂ ਪਹਿਲਾਂ ਕਿਹਾ, ਸੂਬਾ ਸਰਕਾਰਾਂ ਵੀ ਇੱਥੇ ਵੱਡਾ ਰੋਲ ਪਲੇ ਕਰ ਸਕਦੀਆਂ ਨੇ। ਜਿਹੜੀ ਪੰਚਾਇਤੀ ਜ਼ਮੀਨ ਹੈ, ਪੰਚਾਇਤੀ ਜ਼ਮੀਨ ਦਾ ਇੱਕੋ ਇੱਕ ਮਕਸਦ ਹੁੰਦਾ ਹੈ ਲੋਕਾਂ ਦੀ ਭਲਾਈ। ਲੋਕਾਂ ਦੀ ਭਲਾਈ 'ਚ ਸਭ ਤੋਂ ਪਹਿਲ ਕਿਹਨੂੰ ਮਿਲਣੀ ਚਾਹੀਦੀ ਹੈ? ਜਿਹੜੇ ਜ਼ਮੀਨ ਵੀ ਹੋਣੇ ਨੇ, ਜਿਹੜੇ ਪੇਂਡੂ ਆਰਥਿਕ ਦੇ ਪੌੜੀ ਵਾਲੇ ਥੱਲੇ ਵਾਲੇ ਡੰਡੇ ਨੇ। ਇਸ ਲਈ ਜਿਹੜੀ ਸਾਰੀ ਪੰਚਾਇਤੀ ਜ਼ਮੀਨ ਹੈ, ਕਿਉਂ ਨਾ ਬਿਨਾਂ ਠੇਕਾ ਲਏ ਇਹ 1/3 ਹਿੱਸਾ ਦਲਿਤਾਂ ਦਾ, ਉਹਨਾਂ ਨੂੰ ਕਾਨੂੰਨੀ ਤੌਰ ਤੇ ਬਣਦਾ, ਉਹਨੂੰ ਸਿੱਧਾ ਦਿੱਤਾ ਜਾਵੇ। 1/3 ਹਿੱਸਾ ਔਰਤਾਂ ਨੂੰ ਦਿੱਤਾ ਜਾਵੇ, ਤਾਂ ਕਿ ਔਰਤਾਂ ਨੂੰ ਵੀ ਜਿਹੜੀ ਲਿੰਗਕ ਸਮਾਨਤਾ ਹੈ ਉਹਦੇ ਵੱਲ ਕੁਛ ਅਸੀਂ ਵਧੀਏ। ਤੇ 1/3 ਹਿੱਸਾ ਜ਼ਮੀਨ ਵੀ ਹੋਣੇ ਜਿਹੜੇ ਜਨਰਲ ਕੈਟੇਗਰੀ ਦੇ ਬੰਦੇ ਆ ਉਹਨਾਂ ਨੂੰ ਦਿੱਤਾ ਜਾਵੇ। ਪਰ ਉੱਥੇ ਕੰਡੀਸ਼ਨ ਇਹ ਹੋਵੇ ਕਿ ਕਿਸੇ ਬੰਦੇ ਨੂੰ ਨਹੀਂ ਮਿਲਣਾ। ਇਹ ਜਿਹੜੇ ਸਹਿਕਾਰੀ ਕੋਆਪਰੇਟਿਵ ਅਦਾਰੇ ਬਣਾਉਣਗੇ ਖੇਤੀਬਾੜੀ ਕਰਨ ਲਈ, ਉਹਨਾਂ ਨੂੰ ਮਿਲੂਗਾ। ਜਿਹੜੇ ਉਹਦੇ ਮੈਂਬਰ ਹੋਣਗੇ ਉਹਨਾਂ ਨੂੰ ਮਿਲੂਗੀ, ਕਿਸੇ ਇੱਕ ਇੰਡੀਵਿਜੂਅਲ ਦੇ ਫਾਇਦੇ ਲਈ ਨਹੀਂ ਹੋਊਗਾ। ਸੋ ਨਾਲ ਤਾਂ ਰਲ ਮਿਲ ਕੇ ਸਾਨੂੰ ਬੈਠਣਾ ਆ ਜਾਊਗਾ, ਰਲ ਮਿਲ ਕੇ ਦੁੱਖ ਸੁੱਖ ਸਾਂਝੇ ਕਰਨੇ ਆ ਜਾਣਗੇ, ਰਲ ਮਿਲ ਕੇ ਆਪਦੀ ਗੱਲ ਕਰਨੀ ਆ ਜਾਊ, ਰਲ ਮਿਲ ਕੇ ਸਾਨੂੰ ਆਪਦੀ ਆਵਾਜ਼ ਤੁਹਾਡੇ ਮੀਡੀਆ ਤੱਕ, ਸਰਕਾਰ ਤੱਕ ਪਹੁੰਚਾਉਣੀ ਆ ਜਾਊਗੀ, ਰਲ ਮਿਲ ਕੇ ਸਵਾਲ ਕਰਨੇ ਆ ਜਾਣਗੇ ਕਿ ਸਾਡੇ ਨਾਲ ਧੱਕਾ ਕਿਉਂ ਹੁੰਦਾ ਹੈਗਾ। ਇਸ ਲਈ ਇਹ ਨੀਤੀਆਂ ਮੇਰੇ ਖਿਆਲ ਹੈ ਇਸ ਹਿਸਾਬ ਨਾਲ ਬਦਲ ਸਕਦੀਆਂ ਨੇ। ਬਿਲਕੁਲ ਡਾਕਟਰ ਸਾਹਿਬ, ਇੱਕ ਸਬਸਿਡੀ ਦੇ ਉੱਤੇ ਵੀ ਬੜੇ ਸਵਾਲ ਖੜੇ ਹੁੰਦੇ ਨੇ। ਜਿਵੇਂ ਜੋਹਲ ਸਾਹਿਬ ਨੇ ਵੀ ਕਿਹਾ ਕਿ ਪੰਜਾਬ ਸਰਕਾਰ ਜਿਹੜੀ ਹੈ ਉਹ 10,000 ਰੁਪਏ ਸਬਸਿਡੀ ਦੇਵੇ ਕਿਸਾਨਾਂ ਨੂੰ।
ਇਹ ਕਿਸ ਹੱਦ ਤੱਕ ਜਾਇਜ਼ ਹੋ ਸਕਦਾ? ਉਧਰਲੇ ਪਾਸੇ ਬਿਜਲੀ ਸੋਧ ਐਕਟ, ਉਹ ਵੀ ਤੁਸੀਂ ਦੇਖਿਆ ਹੋਣਾ, ਉਹਦੀਆਂ ਵੀ ਅੱਜ ਅਖਬਾਰਾਂ ਦੇ ਵਿੱਚ ਖਬਰਾਂ ਲੱਗੀਆਂ ਹੋਈਆਂ ਕਿ ਕੇਂਦਰ ਸਰਕਾਰ ਜਿਹੜੀ ਉਹ ਕਿਸ ਤਰ੍ਹਾਂ ਸਰਕਾਰਾਂ ਨੂੰ ਕਹਿ ਰਹੀ ਹੈ ਕਿ ਤੁਸੀਂ ਮੋਟਰਾਂ ਤੇ ਬਿੱਲ ਲਾਓ, ਫਿਰ ਅਸੀਂ ਤੁਹਾਡੇ ਨਾਲ, ਜਾਂ ਬਿਜਲੀ ਸੋਧ ਐਕਟ ਨੂੰ ਜਿਹੜਾ ਉਹ ਅਮਲ ਦੇ ਵਿੱਚ ਲਿਆਂਦਾ ਜਾਵੇ। ਇਸ ਪਾਸੇ ਵੱਲ ਵਿਚਾਰਾਂ ਹੋ ਰਹੀਆਂ ਨੇ। ਜਿਹੜੀ ਸਬਸਿਡੀ ਵਾਲੀ ਗੱਲ ਹੈ, ਇਹਦੇ ਬਾਰੇ ਸੋਚਣ ਵਾਲੀ ਗੱਲ ਹੈ ਕਿ ਸਬਸਿਡੀ ਦੀ ਲੋੜ ਕਿਹਨੂੰ ਹੁੰਦੀ ਹੈ। ਜਿਹੜੇ ਬੇਲ ਆਊਟ ਪੈਕੇਜ ਅਸੀਂ ਹਿਸਟੋਰੀਕਲੀ ਸਾਡੇ ਦੇਸ਼ ਨੇ ਦਿੱਤੇ ਤੇ ਲਗਾਤਾਰ ਦਿੱਤੇ ਜਾ ਰਹੇ ਨੇ, ਉਹਦਾ ਕਾਰਪੋਰੇਟ ਖੇਤਰ ਨੂੰ ਜਾ ਰਹੇ ਨੇ। ਕਾਰਪੋਰੇਟ ਖੇਤਰ ਦੇ ਜਦੋਂ ਨਫੇ ਹੁੰਦੇ ਨੇ ਤਾਂ ਉਹਨਾਂ ਦੇ ਨਿੱਜੀ ਨੇ, ਜਦੋਂ ਉਹਨਾਂ ਦਾ ਲਾਸ ਹੁੰਦਾ ਹੈ ਉਹ ਟੈਕਸ ਪੇਅਰ ਦਾ ਹੈਗਾ ਕਿ ਆਮ ਲੋਕ ਬੀਅਰ ਕਰਨ, ਕਿਉਂ ਕਰਨ। ਇਸ ਲਈ ਜਿਹੜੀਆਂ ਸਬਸਿਡੀਆਂ ਨੇ ਉਹ ਕਿਰਤੀ ਵਰਗ ਨੂੰ ਮਿਲਣੀਆਂ ਚਾਹੀਦੀਆਂ। ਕਿਰਤੀ ਵਰਗ ਨੂੰ ਵੀ ਇਸ ਤਰ੍ਹਾਂ ਮਿਲਣੀਆਂ ਚਾਹੀਦੀਆਂ ਨੇ, ਜਿੰਨਾ ਜਿਹਦਾ ਇਨਕਮ ਦਾ ਲੈਵਲ ਨੀਵਾਂ ਹੈ ਉਹਨੂੰ ਉਨੀ ਸਬਸਿਡੀ ਵੱਧ ਮਿਲੇ, ਜਿੰਨਾ ਇਨਕਮ ਦਾ ਲੈਵਲ ਵੱਡਾ ਉਹਨੂੰ ਵੱਧ ਮਿਲੇ। ਖੇਤੀਬਾੜੀ ਸਬਸਿਡੀ ਜੋ ਪੰਜਾਬ ਦੇ ਸੰਬੰਧ 'ਚ ਇੱਕ ਟਿਊਬਵੈੱਲਾਂ ਦੀ ਸਬਸਿਡੀ ਬਾਰੇ ਅਕਸਰ ਗੱਲ ਹੁੰਦੀ ਰਹਿੰਦੀ ਹੈ, ਉਹ ਇਹ ਕਿਹਾ ਜਾਂਦਾ ਕਿ ਇਹ ਸਬਸਿਡੀ ਵਾਪਸ ਲੈ ਲੈਣੀ ਚਾਹੀਦੀ ਹੈ। ਜਦੋਂ ਕਾਸਟ ਆਫ ਪ੍ਰੋਡਕਸ਼ਨ ਗਿਣੀ ਜਾਊਗੀ ਤਾਂ ਉੱਥੇ ਜਿਹੜੇ ਬਿੱਲ ਦੇਣਗੇ ਉਹ ਇਹਦੇ ਵਿੱਚ ਗਿਣੇ ਜਾਣਗੇ ਤੇ ਮੁੜ ਕੇ ਇਹਨਾਂ ਨੂੰ ਉਹਦੀ ਕੀਮਤ 'ਚ ਮਿਲ ਜਾਣਗੇ। ਨਾਲੇ ਇਹਨਾਂ ਤੋਂ ਉਹ ਗੱਲ ਜਿਹੜੀ ਇਹ ਇਲਜ਼ਾਮ ਦੇ ਤੌਰ ਤੇ ਜਾਂਦੀ ਰਹੂ ਕਿ ਇਹ ਖੇਤੀਬਾੜੀ ਸਬਸਿਡੀ ਲੈਂਦੇ ਨੇ ਜਾਂ ਮਤਲਬ ਲੋਕਾਂ ਦੇ ਟੈਕਸ ਦੇ ਪੈਸਿਆਂ ਤੋਂ ਫਾਇਦਾ ਲੈਂਦੇ ਨੇ। ਪਰ ਮੈਨੂੰ ਇਹ ਗੱਲ 'ਚ ਦਲੀਲ ਜਿਹੜੀ ਹੈ ਕਿ ਬਹੁਤ ਕਮਜ਼ੋਰ ਲੱਗਦੀ ਹੈ। ਉਹਦਾ ਕਾਰਨ ਕੀ ਹੈ ਕਿ ਖੇਤੀਬਾੜੀ ਖੇਤਰ ਦਾ ਹਰੇਕ ਕਿਸਾਨ ਵਰਗ, ਵੱਡੇ ਤੋਂ ਲੈ ਕੇ ਛੋਟੇ ਤੱਕ, ਖੇਤੀਬਾੜੀ ਦੇ ਘਾਟੇ ਧੰਦੇ ਹੋਣ ਕਰਕੇ ਇਹ ਕਰਜ਼ੇ ਥੱਲੇ ਆ ਰਿਹਾ। ਇਸੇ ਕਰਕੇ ਕਿਸਾਨਾਂ, ਖੇਤ ਮਜ਼ਦੂਰਾਂ, ਪਿੰਡੂ ਕਾਰੀਗਰਾਂ ਦੀਆਂ ਖੁਦਕਸ਼ੀਆਂ ਵੱਧਦੀਆਂ ਜਾਂਦੀਆਂ ਨੇ। ਇੱਕ ਜਿਹੜੀ ਗੱਲ ਕਹੀ ਜਾਂਦੀ ਕਿ ਕਾਸਟ ਆਫ ਪ੍ਰੋਡਕਸ਼ਨ ਦੇ ਵਿੱਚ ਫਿਰ ਇਹ ਗਿਣੀ ਜਾਊਗੀ। ਜਿਹੜੀ ਕਾਸਟ ਆਫ ਪ੍ਰੋਡਕਸ਼ਨ ਹੈ ਉਹ ਤਾਂ ਆਲ ਇੰਡੀਆ ਲੈਵਲ ਤੇ ਗਿਣ ਹੁੰਦੀ ਹੈ। ਆਲ ਇੰਡੀਆ ਲੈਵਲ ਤੇ ਹਾਈ ਕਾਸਟ ਆਫ ਪ੍ਰੋਡਕਸ਼ਨ ਦੀ, ਜਿਵੇਂ ਅਸੀਂ ਹੈਗੇ, ਸਾਡੇ ਗੁਆਂਢੀ ਸੂਬਾ ਹਰਿਆਣਾ ਹੈਗਾ ਜਾਂ ਉਹ ਵੈਸਟਰਨ ਉੱਤਰ ਪ੍ਰਦੇਸ਼ ਹੈ, ਤੇ ਸੂਬੇ ਇਹੋ ਜਿਹੇ ਵੀ ਹੈਗੇ ਜਿੱਥੇ ਕਾਸਟ ਆਫ ਪ੍ਰੋਡਕਸ਼ਨ ਮਿਨੀਮਮ ਹੈ। ਛਿੱਟਾ ਦੇਤਾ, ਜੇ ਮੀਂਹ ਪੈ ਗਿਆ ਤਾਂ ਫਸਲ ਹੋ ਜਾਣੀ, ਨਹੀਂ ਹੋਣੀ, ਹੈ ਨਾ। ਜਦ ਸਾਰਿਆਂ ਦੀ ਕਾਸਟ ਆਫ ਪ੍ਰੋਡਕਸ਼ਨ ਦੀ ਐਵਰੇਜ ਲੈ ਲਾਂਗੇ ਉਹ ਤਾਂ ਫਿਰ ਬਹੁਤ ਥੱਲੇ ਹੋ ਜੂਗੀ। ਇਸ ਲਈ ਜਿਹੜੇ ਬਿਜਲੀ ਦੇ ਬਿੱਲ ਹੈ ਉਹ ਜ਼ਰੂਰ ਹੈ ਰੈਸ਼ਨਲਾਈਜ਼ ਹੋਣ, ਪਰ ਇਹ ਨਹੀਂ ਗੱਲ ਹੈਗੀ ਕਿ ਉਹ ਸਬਸਿਡੀ ਜਿਹੜੀ ਹੈਗੀ ਖਤਮ ਕੀਤੀ ਜਾਵੇ ਜਦੋਂ ਤੱਕ ਖੇਤੀਬਾੜੀ ਨੂੰ ਧੰਦਾ, ਲਾਹੇ ਵਾਲਾ ਧੰਦਾ ਤੇ ਗੁਜ਼ਾਰੇਯੋਗ ਧੰਦਾ ਨਹੀਂ ਬਣਾਇਆ ਜਾਂਦਾ। ਇਸ ਲਈ ਲੋੜ ਹੈ ਕਿ ਜਿਹੜੇ ਬਿਜਲੀ ਦੇ ਬਿੱਲ ਨੇ ਉਹਨਾਂ 'ਚ ਵੱਡੀ ਰਿਆਇਤ, ਜਿਹੜੀ ਪਹਿਲਾਂ ਬਿਜਲੀ ਦੇ ਕਨੈਕਸ਼ਨ ਛੋਟੇ ਫਾਰਮਰ ਦੇ ਦਿੱਤੇ ਜਾਣ ਤਾਂ ਕਿ ਉਹਦੀ ਲੋੜ ਪੂਰੀ ਹੋਵੇ, ਤੇ ਵੱਡੇ ਫਾਰਮਰਜ਼ ਨੂੰ ਵੀ ਉਦੋਂ ਤੱਕ ਦਿੱਤੀ ਜਾਵੇ ਜਦੋਂ ਤੱਕ ਇਹਨੂੰ ਆਪਾਂ ਨਫੇ ਵਾਲਾ ਧੰਦਾ ਨਹੀਂ ਬਣਾਉਂਦੇ। ਇੱਕ ਦਲੀਲ ਦਿੱਤੀ ਜਾਂਦੀ ਹੈ ਕਿ ਵੱਡੇ ਫਾਰਮਰ ਦੀ ਆਮਦਨ ਬਹੁਤ ਜ਼ਿਆਦਾ ਹੈ। ਜਿਹੜੇ ਕਿਸਾਨੀ ਸ਼੍ਰੇਣੀਆਂ ਨੇ, ਚਾਹੇ ਉਹ ਵੱਡਾ ਫਾਰਮਰ ਹੈ, ਦਰਮਿਆਨਾ, ਅੱਧ ਦਰਮਿਆਨਾ ਹੈ, ਛੋਟਾ ਜਾਂ ਸਮਾਂਤ ਹੈਗਾ, ਜੇ ਉਹਨਾਂ ਦੀ ਆਮਦਨ ਅਪਰ ਮਿਡਲ ਇਨਕਮ ਗਰੁੱਪ ਨਾਲ ਜਾਂ ਜਿਹੜਾ ਹਾਇਰ ਇਨਕਮ ਗਰੁੱਪ ਆ ਉਹਦੇ ਨਾਲ ਕੰਪੇਅਰ ਕਰੀਏ ਤਾਂ ਇਹ ਕਿਤੇ ਵੀ ਸਟੈਂਡ ਨਹੀਂ ਕਰਦੇ। ਇਹਦੇ ਬੱਚਿਆਂ ਦੀ ਐਜੂਕੇਸ਼ਨ, ਇਹਦੀ ਲਿਵਿੰਗ ਤੁਸੀਂ ਜਾ ਕੇ ਦੇਖ ਲਓ, ਉਹ ਤਾਂ ਮਤਲਬ ਬਹੁਤ ਮਾੜੀ ਹਾਲਤ ਹੈਗੀ। ਇਸ ਲਈ ਇਹ ਸਬਸਿਡੀ ਤੇ ਹੱਕ ਕਿਰਤੀ ਲੋਕਾਂ ਦਾ ਹੁੰਦਾ ਹੈ, ਥੱਲੇ ਵਾਲੀ ਆਮਦਨ ਵਾਲਿਆਂ ਦਾ ਹੁੰਦਾ ਹੈ। ਇਹ ਸਬਸਿਡੀ ਤਾਂ ਉਹਨਾਂ ਨੂੰ ਦਿੱਤੀ ਜਾਣੀ ਚਾਹੀਦੀ ਹੈ। ਗੱਲ 10,000 ਦੀ ਨਹੀਂ ਹੈਗੀ, ਗੱਲ 20,000 ਦੀ ਨਹੀਂ, ਸਬਸਿਡੀ ਤਾਂ ਉਨੀ ਹੋਣੀ ਚਾਹੀਦੀ ਹੈ ਜਿਹਦੇ ਨਾਲ ਜ਼ਿੰਦਗੀ ਦੀਆਂ ਮੁੱਢਲੀਆਂ 7 ਲੋੜਾਂ, ਰੋਟੀ, ਕੱਪੜਾ, ਮਕਾਨ, ਸਿੱਖਿਆ, ਸਿਹਤ ਸੰਭਾਲ, ਸਾਫ਼ ਵਾਤਾਵਰਨ ਅਤੇ ਸਮਾਜਿਕ ਸੁਰੱਖਿਆ ਸਤਿਕਾਰਯੋਗ ਢੰਗ ਨਾਲ ਪੂਰੀਆਂ ਹੋ ਸਕਣ। ਇਸ ਲਈ ਜਿਹੜੇ ਬੇਲ ਆਊਟ ਪੈਕੇਜ ਇਹ ਕਾਰਪੋਰੇਸ਼ਨਾਂ ਨੂੰ ਦੇਣੇ, ਸਰਮਾਏਦਾਰਾਂ ਨੂੰ ਦੇਣੇ ਨੇ, ਉਹਦੇ ਫੁੱਲ ਸਟਾਪ ਲਗਾਉਣ ਦੀ ਲੋੜ ਹੈ, ਕਿਉਂਕਿ ਇਹ 1980 ਤੋਂ ਬਾਅਦ ਹਾਈਲੀ ਡਿਵੈਲਪ ਕੰਟਰੀ ਦੇ ਵਿੱਚ ਜਿਹੜੀ ਇਹ ਪਾਲਿਸੀਜ਼ ਬਣਾਈਆਂ ਗਈਆਂ, ਪ੍ਰੋ ਕਾਰਪੋਰੇਟ ਪਾਲਿਸੀਜ਼ ਬਣਾਈਆਂ ਗਈਆਂ ਤੇ ਟ੍ਰਿਕਲ ਡਾਊਨ ਥਿਊਰੀ ਨੂੰ ਪ੍ਰੋਪੇਗੇਟ ਕੀਤਾ ਗਿਆ। ਪਰ ਜਿਹੜਾ ਐਕਸਪੀਰੀਅੰਸ ਹੈ 1980 ਤੋਂ ਲੈ ਕੇ ਅੱਜ ਤੱਕ ਦਾ, ਪਿਛਲੇ 40-42 ਸਾਲਾਂ ਦਾ, ਉਹ ਦੱਸ ਰਿਹਾ ਕਿ ਟ੍ਰਿਕਲ ਡਾਊਨ ਨਹੀਂ ਹੋ ਰਿਹਾ, ਇਟ ਇਜ਼ ਟ੍ਰਿਕਲਿੰਗ ਅਪ। 1% ਤੇ 99% ਦਾ ਜਾਂ ਆਰਥਿਕ ਪਾੜਾ ਤੇ ਉਹਦੇ ਕਰਕੇ ਹੋਰ ਪਾੜੇ ਉਹ ਵੱਧਦੇ ਜਾਂਦੇ ਨੇ। ਇਸ ਲਈ ਇਹ ਮਾਡਲ ਫੇਲ ਹੈ ਉੱਪਰਲਿਆਂ ਨੂੰ ਸਬਸਿਡੀ ਦੇਣ ਵਾਲਾ। ਇਸ ਲਈ ਉੱਪਰਲਿਆਂ ਤੇ ਬਣਦੇ ਟੈਕਸ ਲਾਉਣੇ, ਵਧਾਉਣੇ ਤੇ ਅਗਰਾਉਣੇ ਜ਼ਰੂਰੀ ਨੇ, ਤੇ ਥੱਲੇ ਵਾਲਿਆਂ ਨੂੰ ਰਿਆਇਤਾਂ ਦੇਣੀ ਜ਼ਰੂਰੀ ਹੈ, ਤੇ ਨਾਲ ਨਾਲ ਉਹਨਾਂ ਲਈ ਆਮਦਨ ਦੇ ਹੋਰ ਸਾਧਨ ਪੈਦਾ ਕਰਨੇ ਵੀ ਜ਼ਰੂਰੀ ਨੇ। ਜੀ ਬਿਲਕੁਲ। ਡਾਕਟਰ ਸਾਹਿਬ, ਇੱਕ ਹੋਰ ਸਵਾਲ, ਜਿਹੜੇ ਲੋਕ ਖੇਤੀ ਕਾਨੂੰਨਾਂ ਦੇ ਹੱਕ ਵਿੱਚ ਨੇ, ਭਾਵੇਂ ਉਹ ਸਿਆਸੀ ਨੇ ਜਾਂ ਆਮ ਲੋਕ ਨੇ ਜਾਂ ਕੋਈ ਵਿਦਵਾਨ ਨੇ, ਬੜਿਆਂ ਦਾ ਇਹ ਸਵਾਲ ਲਗਾਤਾਰ ਜਦੋਂ ਉਹਨਾਂ ਨੂੰ ਕੋਈ ਮੀਡੀਆ ਪੁੱਛਦਾ ਹੈ ਕਿ ਖੇਤੀ ਕਾਨੂੰਨ ਘਾਤਕ ਨੇ ਤਾਂ ਤੁਹਾਡਾ ਇਹਦੇ ਬਾਰੇ ਕੀ ਕਹਿਣਾ ਹੈ, ਉਹ ਕਹਿੰਦੇ ਵੀ ਖੇਤੀ ਕਾਨੂੰਨਾਂ ਦੇ ਕਰਕੇ ਕਿਸਾਨਾਂ ਦੀ ਜ਼ਮੀਨ ਜਿਹੜੀ ਆ ਉਹ ਖੁੱਸ ਜਾਏਗੀ ਜਾਂ ਉਹਨਾਂ ਨੂੰ ਕੰਟਰੈਕਟ ਲੈ ਲਈ ਜਾਏਗੀ ਠੇਕੇ ਤੇ। ਇਸ ਤਰ੍ਹਾਂ ਦੇ ਨਾਲ ਮਤਲਬ ਜਿਹੜੇ ਕਾਰਪੋਰੇਟ ਘਰਾਣੇ ਨੇ ਉਹ ਕਿਸਾਨਾਂ ਨੂੰ ਮਾਰਨਗੇ। ਉਹਨਾਂ ਦਾ ਇਹ ਜਵਾਬ ਹੁੰਦਾ ਹੈ ਕਿ ਕੌਣ ਕਹਿੰਦਾ ਹੈ ਕਿ ਕਿਸਾਨਾਂ ਦੀ ਜ਼ਮੀਨ ਜਿਹੜੀ ਆ ਉਹ ਧੱਕੇ ਨਾਲ ਠੇਕੇ ਤੇ ਲਈ ਜਾ ਰਹੀ ਹੈ। ਕਿਸਾਨਾਂ ਦੀ ਮਰਜ਼ੀ ਠੇਕੇ ਤੇ ਦੇਣ ਨਾ ਦੇਣ, ਕਿਸਾਨਾਂ ਦੀ ਮਰਜ਼ੀ ਉਹ ਕਾਰਪੋਰੇਟ ਦੇ ਅੰਡਰ ਕੰਮ ਕਰਨ ਜਾਂ ਨਾ ਕਰਨ, ਉਹਨਾਂ ਦੀ ਮਰਜ਼ੀ ਹੈ। ਉਹ ਕਹਿੰਦੇ ਕਾਨੂੰਨ ਆ ਗਿਆ, ਤੁਹਾਡੀ ਮਰਜ਼ੀ ਮੰਨੋ ਜਾਂ ਨਾ ਮੰਨੋ। ਇਸ ਤਰ੍ਹਾਂ ਦਾ ਤਰਕ ਦਿੱਤਾ ਜਾਂਦਾ, ਇਹ ਕਿੱਥੋਂ ਤੱਕ ਵਾਜਬ ਹੈ? ਦੇਖੋ, ਮੈਂ ਤੁਹਾਡੇ ਨਾਲ ਪਹਿਲਾਂ ਵੀ ਗੱਲਬਾਤ ਕਰ ਚੁੱਕਿਆ, ਪਹਿਲੇ ਪ੍ਰੋਗਰਾਮ ਦੇ ਵਿੱਚ ਹੋਰ ਲੋਕਾਂ ਦੀ ਮੈਂ
ਤੁਹਾਡੀਆਂ ਇੰਟਰਵਿਊ ਸੁਣੀਆਂ ਨੇ। ਇਹ ਜੇ ਤਾਂ ਅਸੀਂ ਗੱਲ ਕਰੀਏ ਤੀਜੇ ਕਾਨੂੰਨ ਦੀ, ਐਸੈਂਸ਼ੀਅਲ ਕਮੋਡਿਟੀ ਐਕਟ, ਤੋਂ ਸਿੱਧਾ ਹੀ ਇਹ ਹੈ ਕਿ ਸਰਮਾਏਦਾਰਾਂ ਨੂੰ ਹੱਕ ਦਿੱਤਾ ਜਿੰਨਾ ਮਰਜ਼ੀ ਸਟੋਰ ਕਰੋ, ਜਿੰਨੇ ਮਰਜ਼ੀ ਭਾਅ ਵਧਾਓ, ਹੈ ਨਾ। ਜੇ ਫਿਰ ਸਰਕਾਰ ਦੇਖੂਗੀ ਖਾਸ ਹਾਲਾਤਾਂ 'ਚ ਉਹਨਾਂ 'ਤੇ ਜੇ ਕੋਈ ਕੰਟਰੋਲ ਕਰਨਾ ਕਰੂਗਾ। ਜਿਹੜੀ ਗੱਲ ਕਹਿੰਦੇ ਵੀ ਕੌਣ ਕਹਿੰਦਾ, ਕੌਣ ਨਹੀਂ ਕਹਿੰਦਾ, ਜਿਹੜੇ ਪਹਿਲੇ ਦੋ ਕਾਨੂੰਨ ਆ ਉਹ ਕਹਿੰਦੇ ਨੇ। ਇੱਕ ਤਾਂ ਜਿਹੜੀ ਹੈਗੀ ਪ੍ਰਾਈਵੇਟ ਨਿੱਜੀ ਮੰਡੀਆਂ ਦੀ ਗੱਲ ਹੈ। ਜਦੋਂ ਨਿੱਜੀ ਮੰਡੀਆਂ 'ਚ ਮਦਾਰੀ ਵਾਲਾ ਝੁਰਲੂ ਫੇਰਿਆ ਜਾਊਗਾ, ਮਦਾਰੀ ਦਾ ਤਮਾਸ਼ਾ ਜਦੋਂ ਦੇਖਦੇ ਆ ਤਾਂ ਉਹ ਡੁਗ-ਡੁਗੀ ਵਜਾ ਕੇ ਸਾਡੇ ਸਾਹਮਣੇ ਰੁਪਈਆਂ ਦੀ ਢੇਰੀ ਲਾ ਦਿੰਦਾ, ਪਿੱਛੋਂ ਉਹ ਠੂਠਾ ਫੜ ਕੇ 50 ਪੈਸੇ ਰੁਪਈਏ ਪਵਾਉਂਦਾ ਫਿਰਦਾ ਹੁੰਦਾ। ਜੇ ਉਹ ਇੰਨੇ ਰੁਪਈਏ ਆਪਦੇ ਡੁਗਡੁਗੀ ਚੋਂ ਜਾਂ ਜਾਦੂ ਨਾਲ ਕੱਢ ਸਕਦਾ, ਫਿਰ ਉਹ ਮੰਗਦਾ ਕਿਉਂ ਫਿਰੇ। ਇਸ ਲਈ ਜਿਹੜੀ ਗੱਲ ਹੈ ਕਿ ਪਹਿਲਾਂ ਜਿਹੜਾ ਨਿੱਜੀ ਮੰਡੀਆਂ ਦੇ ਵਿੱਚ ਮਦਾਰੀ ਵਾਲਾ ਝੁਰਲੂ ਫੇਰਿਆ ਜਾਊਗਾ ਕਿ ਜਿਹੜੀਆਂ ਸਾਡੀਆਂ ਮਾਰਕੀਟਿੰਗ ਬੋਰਡ ਦੀਆਂ ਮੰਡੀਆਂ ਨੇ, ਰੈਗੂਲੇਟਡ ਮੰਡੀਆਂ, ਉਹਨਾਂ ਨੂੰ ਥੋੜ੍ਹੀ ਜਿਹੀ ਵੱਧ ਕੀਮਤ ਦਿੱਤੀ ਜਾਊਗੀ। ਤੇ ਕਿਸਾਨ ਮਾਰਿਆ ਪਿਆ ਤੇ ਉਹਨੂੰ ਕਮਰਸ਼ੀਅਲ ਬਣਾ ਦਿੱਤਾ ਗਿਆ, ਉਹ ਉਧਰ ਨੂੰ ਜਾਣਾ ਉਹਦਾ ਸੁਭਾਵਿਕ ਆ, ਉਹਦੀ ਮਜਬੂਰੀ ਹੈ, ਇੱਥੇ 4 ਪੈਸੇ ਵੱਧ ਮਿਲਣਗੇ। ਇਸ ਲਈ ਜਦੋਂ ਸਾਡੀਆਂ ਐਗਰੀਕਲਚਰ ਮਾਰਕੀਟਿੰਗ ਬੋਰਡ ਦੀਆਂ ਮੰਡੀਆਂ ਫੇਲ ਹੋਣਗੀਆਂ ਤੇ ਫਿਰ ਇਹ ਕਿਸਾਨ ਜਿਹੜੇ ਹੈਗੇ ਇਹਨਾਂ ਤੇ ਡਿਪੈਂਡੈਂਟ ਹੋਣਗੇ। ਤੇ ਜਾਂ ਡਿਪੈਂਡੈਂਟ ਹੋਣਗੇ ਫਿਰ ਇੱਕ ਝੁਰਲੂ ਹੋਰ ਦਿਖਦਾ ਹੈਗਾ, ਉਹ ਝੁਰਲੂ ਹੈਗਾ ਕਿ ਠੇਕਾ, ਜਿੰਨੇ ਕਿ ਇਹਨਾਂ ਨੂੰ ਥੋੜ੍ਹੀ ਬਹੁਤੀ ਆਮਦਨ ਹੁੰਦੀ ਹੈ, ਜਿਹਦੇ 2 ਡੰਗ ਦੀ ਰੋਟੀ ਔਖੀ ਸੌਖੀ ਪੂਰੀ ਕਰਦੇ ਨੇ ਜਾਂ ਉਹਨੂੰ ਵੀ ਢਿੱਡ ਨਾਲ ਗੱਠਾਂ ਦਿੰਦੇ ਨੇ, ਤਾਂ ਉਹ ਝੁਰਲੂ ਇਹ ਫੇਰਿਆ ਜਾਊਗਾ ਕਿ ਇਦੋਂ ਵੱਧ ਤਾਂ ਠੇਕਾ ਦੇਣ ਲਈ ਅਸੀਂ ਤੁਹਾਨੂੰ ਤਿਆਰ ਹਾਂ। ਇੱਕ ਵਾਰੀ ਠੇਕੇ ਤੇ ਪਾ ਕੇ ਵੱਧ ਠੇਕਾ ਦੇ ਕੇ ਉਹਦਾ ਲਿਵਿੰਗ ਸਟੈਂਡਰਡ ਇਸ ਤਰ੍ਹਾਂ ਬਣਾ ਕੇ ਵਿਹਲੇ ਕਰਕੇ ਉਹਨਾਂ ਨੂੰ ਬਾਹਰ ਕੱਢਿਆ ਜਾਊਗਾ ਤੇ ਫਿਰ ਮੁੜ ਕੇ ਪੱਕੇ ਤੌਰ ਤੇ ਜਿਹੜਾ ਹੈਗਾ ਉੱਥੋਂ ਉਹਨਾਂ ਦੇ ਉਜਾੜੇ ਦੀ ਤਿਆਰੀ ਹੋ ਜੂ, ਕਿਉਂਕਿ ਉਹਨਾਂ ਦਾ ਸਾਰਾ ਕੁਝ ਕੰਮ ਕਰਨ ਦਾ ਰੁਚੀਆਂ, ਕੰਮ ਕਰਨ ਦੀਆਂ ਆਦਤਾਂ ਬਦਲ ਦਿੱਤੀਆਂ ਜਾਣਗੀਆਂ ਤੇ ਜਿਸ ਤਰ੍ਹਾਂ ਬਾਕੀ ਦੁਨੀਆ 'ਚ ਹੋਇਆ ਇਹ ਉਜਾੜਾ ਉਸ ਤਰ੍ਹਾਂ ਦਾ ਹੋਊਗਾ। ਪਰ ਸਾਡੇ ਕੋਲ ਨਾ ਉਜਾੜਾ ਕਰਕੇ ਗੁਜ਼ਾਰੇ ਲਈ ਜਾਂ 2 ਡੰਗ ਦੀ ਰੋਟੀ ਲਈ ਵੀ ਕੁਛ ਨਹੀਂ। ਅੱਜ ਦਾ ਇਹਨਾਂ ਕੋਲ ਇਹ ਕੱਚੇ ਪੱਕੇ, ਚੰਗੇ ਮਾੜੇ, ਸਹੂਲਤਾਂ ਤੋਂ ਬਗੈਰ ਘਰ-ਬਾਰ ਹੈਗੇ। ਜੇ ਇਹਨਾਂ ਨੂੰ ਅਸੀਂ ਸ਼ਹਿਰਾਂ 'ਚ ਲੈ ਕੇ ਜਾਵਾਂਗੇ, ਜਿਵੇਂ ਇਹ ਆਪਣੇ ਸ਼ਹਿਰ ਦੇ ਵਿੱਚ ਕਿੰਨੇ ਲੇਬਰ ਚੌਕ ਨੇ, ਤੁਸੀਂ ਉੱਥੇ ਪਿੰਡੋਂ ਆਏ ਮਜ਼ਦੂਰਾਂ ਦੀ ਹਾਲਤ ਦੇਖੋ। ਉਹ ਹਫ਼ਤੇ 'ਚੋਂ ਅੱਧੇ ਦਿਨ ਬੇਰੁਜ਼ਗਾਰ ਰਹਿੰਦੇ ਨੇ, ਜਾਂ ਕੋਈ ਬੰਦਾ ਕੋਲ ਦੀ ਲੰਘਦਾ ਹੈ ਉਹਦੇ ਆਲੇ ਦੁਆਲੇ ਭੱਜ ਕੇ ਜਾਂਦੇ ਨੇ ਕਿ ਮੈਨੂੰ ਦਿਹਾੜੀ ਦੇ ਲੈ ਚੱਲ, ਤੇ ਘਰੋਂ ਲਿਆਂਦੀ ਹੋਈ ਰੋਟੀ ਬਹੁਤੀ ਵਾਰੀ ਮੁੱਲ ਦੀ ਚਾਹ ਨਾਲ ਖਾ ਕੇ ਵਾਪਸ ਮੁੜ ਜਾਂਦੇ, ਦਿਹਾੜੀ ਨਹੀਂ ਮਿਲਦੀ। ਜਦੋਂ ਵੱਡੇ ਪੱਧਰ ਤੇ ਕਿਸਾਨਾਂ ਦਾ ਉਜਾੜਾ ਹੋਇਆ ਹੈ ਨਾ, ਕੌਣ ਕਹਿੰਦਾ, ਕੌਣ ਨਹੀਂ ਕਹਿੰਦਾ, ਇਹ ਕਾਨੂੰਨ ਕਹਿੰਦੇ ਨੇ ਜਾਂ ਇਹਨਾਂ ਦੀ ਜਿਹੜੀ ਮਤਲਬ ਪਿੱਛੇ ਇੰਪਲੀਕੇਸ਼ਨ ਉਹ ਕਹਿੰਦੀ ਹੈ ਕਿ ਇਹਨਾਂ ਨੂੰ ਇੱਥੋਂ ਕੱਢਣ ਦੀਆਂ ਜਿਹੜੀ ਹੈਗੀ ਵਿਉਂਤਬੰਦੀ ਹੈ, ਸਰਮਾਏਦਾਰ ਸੈਕਟਰ ਨੂੰ ਇਹ ਖੇਤੀਬਾੜੀ ਖੇਤਰ ਦੇਣ ਦੀ ਹੈ। ਤੇ ਮੋਰ ਓਵਰ ਦੁਨੀਆ ਦਾ ਇਤਿਹਾਸਕ ਤਜਰਬਾ ਵੀ ਇਹ ਦੱਸਦਾ ਕਿ ਬਹੁਤੇ ਦੇਸ਼ਾਂ 'ਚ ਇਸ ਤਰ੍ਹਾਂ ਕੀਤਾ ਗਿਆ, ਜਿਹੜਾ ਕਿਸਾਨੀ ਨਾਲ ਧੋਖਾ ਹੈ ਜਾਂ ਉੱਥੋਂ ਦੇ ਖਪਤਕਾਰਾਂ ਨਾਲ ਧੋਖਾ ਹੈ। ਜੀ ਜੀ ਡਾਕਟਰ ਸਾਹਿਬ, ਮੇਰਾ ਆਖਰੀ ਸਵਾਲ ਹੁਣ ਇਹ ਆ ਕਿ ਜਦੋਂ ਵੀ ਇਹ ਸਾਰੇ ਕਾਨੂੰਨਾਂ ਦੀ ਗੱਲ ਹੁੰਦੀ ਹੈ, ਕਿਸੇ ਵੀ ਕਾਨੂੰਨ ਦੀ ਜੇ ਕੋਈ ਵਿਰੋਧਤਾ ਕਰਦਾ ਹੈ ਤਾਂ ਉਹਦੀ ਤੁਲਨਾ ਜਿਹੜੀ ਹੈ ਬਾਹਰਲੇ ਮੁਲਕਾਂ ਦੇ ਨਾਲ, ਅਮਰੀਕਾ ਦੇ ਨਾਲ ਜਾਂ ਹੋਰਨਾਂ ਮੁਲਕਾਂ ਨਾਲ ਕੀਤੀ ਜਾਂਦੀ ਹੈ ਕਿ ਉੱਥੋਂ ਦਾ ਖੇਤੀ ਸੈਕਟਰ ਦੇਖੋ, ਉੱਥੇ ਵੀ ਤਾਂ ਇਦਾਂ ਚੱਲ ਰਿਹਾ, ਇੰਡੀਆ 'ਚ ਵੀ ਇਦਾਂ ਹੋ ਸਕਦਾ। ਪਰ ਉੱਥੋਂ ਦਾ ਸਿਆਸੀ ਸਿਸਟਮ ਨਹੀਂ ਦੱਸਿਆ ਜਾਂਦਾ ਕਿ ਉੱਥੋਂ ਦੀ ਸਿਆਸੀ ਹਾਲਾਤ ਜਾਂ ਉੱਥੋਂ ਦੇ ਲੋਕਾਂ ਦਾ ਰਹਿਣ ਸਹਿਣ ਕਿਸ ਪੱਧਰ ਤੱਕ ਉੱਚਾ ਚੁੱਕਿਆ ਗਿਆ। ਉਧਰ ਦੀ ਤੁਲਨਾ ਕਰਨੀ ਕਿੱਥੋਂ ਤੱਕ ਜਾਇਜ਼ ਹੈ? ਅਸੀਂ ਭਾਰਤ ਨੂੰ ਅਮਰੀਕਾ ਨਾਲ ਕਿੱਦਾਂ ਤੋਲ ਸਕਦੇ ਹਾਂ, ਅਮਰੀਕਾ ਤੇ ਕੈਨੇਡਾ ਦੇ ਨਾਲ ਜਾਂ ਹੋਰਨਾਂ ਮੁਲਕਾਂ ਦੇ ਨਾਲ ਕਿਸ ਤਰ੍ਹਾਂ ਤੋਲ ਸਕਦੇ ਹਾਂ? ਸਾਡੇ ਇੱਧਰ ਦਾ ਜਿਹੜਾ ਗਰੀਬੀ ਲੈਵਲ ਹੈ ਉਹ ਹੋਰ ਹੈ, ਉੱਥੋਂ ਦਾ ਹੋਰ ਹੈ। ਸਾਡੇ ਇੱਧਰ ਦੀਆਂ ਸਮੱਸਿਆਵਾਂ ਹੋਰ ਨੇ, ਉੱਥੇ ਹੋਰ ਨੇ। ਸਾਡੇ ਇੱਧਰ ਸਹੂਲਤਾਂ ਕਿਸ ਤਰ੍ਹਾਂ ਨੇ, ਉੱਥੋਂ ਦੀਆਂ ਹੋਰ ਨੇ। ਦੇਖੋ, ਜਿਹੜੀ ਇਹ ਤੁਲਨਾ ਕੀਤੀ ਜਾਂਦੀ ਹੈ ਹਾਈਲੀ ਡਿਵੈਲਪ ਕੰਟਰੀ ਤੇ ਡਿਵੈਲਪਿੰਗ ਕੰਟਰੀ ਦੀ, ਹੈ ਨਾ, ਬਹੁਤ ਖੁਸ਼ਹਾਲ ਦੇਸ਼ਾਂ ਤੇ ਸਾਡੇ ਘੱਟ ਆਮਦਨ ਵਾਲੇ ਦੇਸ਼ਾਂ ਦੀ, ਜਿਹਨਾਂ ਨੂੰ ਵਿਕਾਸਸ਼ੀਲ ਦੇਸ਼ ਵੀ ਕਹਿ ਦਿੰਦੇ ਹਾਂ ਜਾਂ ਤੀਜੀ ਦੁਨੀਆ ਦੇਸ਼ ਕਹਿ ਦਿੰਦੇ ਹਾਂ, ਇਹ ਤੁਲਨਾ ਗਲਤ ਹੈਗੀ। ਪਹਿਲੀ ਗੱਲ ਤਾਂ ਇਹ ਦੇਖਣਾ ਚਾਹੀਦਾ ਕਿ ਉਹਨਾਂ ਦੇਸ਼ਾਂ ਕੋਲ ਜਿਓਗ੍ਰਾਫੀਕਲ ਭੂਗੋਲਿਕ ਏਰੀਆ, ਭੂਗੋਲਿਕ ਰਕਬਾ ਕਿੰਨਾ ਤੇ ਸਾਡੇ ਕੋਲ ਭੂਗੋਲਿਕ ਰਕਬਾ ਕਿੰਨਾ। ਫਿਰ ਸਾਨੂੰ ਪਤਾ ਲੱਗੂਗਾ ਕਿ ਸਾਡੇ ਕੋਲ ਜਿਹੜਾ ਭੂਗੋਲਿਕ ਰਕਬਾ ਹੈ ਉਹ ਵੀ ਬਹੁਤ ਘੱਟ ਹੈਗਾ। ਫਿਰ ਦੇਖਣਾ ਚਾਹੀਦਾ ਕਿ ਉਹਨਾਂ ਦਾ ਉਦਯੋਗਿਕ ਖੇਤਰ ਤੇ ਸਰਵਿਸ ਖੇਤਰ ਤੇ ਨਾਲ ਇੱਕ ਗੱਲ ਕਿ ਇੰਟਰਨੈਸ਼ਨਲ ਟ੍ਰੇਡ 'ਚ ਉਹਨਾਂ ਦੀ ਪਾਰਟੀਸਪੇਸ਼ਨ ਤੇ ਡਿਗਰੀ ਆਫ ਮੋਨੋਪੋਲੀ ਪਾਵਰ ਕਿੰਨੀ ਹੈ ਤੇ ਸਾਡਾ ਕੀ ਹੈ। ਫਿਰ ਸਾਨੂੰ ਪਤਾ ਲੱਗੂਗਾ ਕਿ ਉਹਨਾਂ ਦੇ ਉਦਯੋਗਿਕ ਖੇਤਰ 'ਚ ਫਿਰ ਕੋਈ ਨਾ ਕੋਈ ਇੰਪਲਾਇਮੈਂਟ ਅਪਰਚੁਨਿਟੀਜ਼ ਹੈਗੀਆਂ, ਭਾਵੇਂ ਉਹ ਢਿੱਡ ਭਰਨ ਜੋਗੀਆਂ ਨੇ ਜਾਂ ਬੇਸਿਕ ਗੁਜ਼ਾਰੇ ਜੋਗੀਆਂ ਨੇ। ਪਰ ਉੱਥੇ ਗੱਲ $15 ਮਿਨੀਮਮ ਵੇਜ ਦੀ ਵੀ ਚੱਲਦੀ ਹੈ। ਉੱਥੇ ਗੱਲ ਜਿਹੜੇ ਸਰਕਾਰੀ ਸਕੂਲ ਹੈ ਜਾਂ ਸਰਕਾਰੀ ਕਾਲਜ ਹੈ ਜਾਂ ਸਰਕਾਰੀ ਯੂਨੀਵਰਸਿਟੀਆਂ ਉਹ 'ਚ ਬਿਨਾਂ ਫੀਸ ਲਏ ਵੀ ਚੱਲਦੀ ਹੈ। ਉੱਥੇ ਗੱਲ ਇਹ ਵੀ ਚੱਲਦੀ ਹੈ ਕਿ ਜਿਹੜਾ ਸਟੂਡੈਂਟ ਲੋਨ ਹੈ ਜਾਂ ਤਾਂ ਉਹਨੂੰ ਰਾਈਟ ਆਫ ਕੀਤਾ ਜਾਵੇ ਜਾਂ ਉਹਦੇ ਇੰਟਰਸਟ ਰੇਟ ਘਟਾਏ ਜਾਣ ਜਾਂ ਉਹਦੀ ਪੇਮੈਂਟ ਅੱਗੇ ਲੰਬੇ ਸਮੇਂ ਲਈ ਪਾਈ ਜਾਵੇ। ਤੇ ਇਸ ਲਈ ਇਹ ਉਹਦੇ ਨਾਲ ਜਿਹੜਾ ਅਸੀਂ ਕਹਿਣਾ ਕਿ ਬਾਹਰਲੇ ਦੇਸ਼ਾਂ ਵਾਲੀ ਗੱਲ ਹੈ ਉਹ ਬਹੁਤੀ ਸਾਨੂੰ ਜਾਇਜ਼ ਨਹੀਂ ਲੱਗਦੀ। ਸਾਨੂੰ ਤਾਂ ਆਪਦਾ ਜਿਹੜਾ ਹੈਗਾ ਪੀੜ੍ਹੀ ਥੱਲੇ ਆਪ ਸੋਟਾ ਫੇਰਨਾ ਪੈਣਾ ਕਿ ਕਿੱਥੇ ਕਿੱਥੇ ਨੁਕਸ ਨੇ।
ਇਹ ਗੱਲ ਜਿਹੜੀ ਹੈਗੀ ਇਹ ਸਾਨੂੰ ਦੇਖਣਾ ਪਊਗਾ ਕਿ ਸਾਡੇ ਸਿਸਟਮ ਨੂੰ ਖਾਂਦੇ ਕੌਣ ਨੇ, ਸਾਨੂੰ ਆਪਦਾ ਸਿਸਟਮ ਠੀਕ ਕਰਨਾ ਪਊਗਾ। ਤੇ ਇੱਕ ਮੈਂ ਗੱਲ ਇੰਗਲਿਸ਼ 'ਚ ਬੋਲੀ ਆ, ਤੁਸੀਂ ਪੰਜਾਬੀ ਲਈ ਕਿਹਾ ਸੀ ਡਿਗਰੀ ਆਫ ਮੋਨੋਪੋਲੀ ਪਾਵਰ। ਇਹ ਇੰਟਰਨੈਸ਼ਨਲ ਟ੍ਰੇਡ ਦੇ ਵਿੱਚ ਕੋਈ ਇਤਿਹਾਸਕ ਮੌਕਾ ਸੀ ਜਦੋਂ ਸਾਡਾ ਬਹੁਤ ਵੱਡਾ ਹਿੱਸਾ ਹੁੰਦਾ ਸੀ, ਪਰ ਹੁਣ ਇੰਟਰਨੈਸ਼ਨਲ ਟ੍ਰੇਡ ਦੇ ਵਿੱਚ ਸਾਡਾ ਹਿੱਸਾ ਤਾਂ ਇਹ ਬਹੁਤ ਹੀ ਨੀਵਾਂ ਹੈ, ਤੇ ਜਿਹੜੇ ਹਾਈਲੀ ਡਿਵੈਲਪ ਕੰਟਰੀਜ਼ ਨੇ ਉਹਦਾ ਹਿੱਸਾ ਬਹੁਤ ਵੱਡਾ ਹੈ। ਡਿਗਰੀ ਆਫ ਮੋਨੋਪੋਲੀ ਪਾਵਰ ਦਾ ਭਾਵ ਹੈ ਕਿ ਜੇ ਵੱਖ-ਵੱਖ ਦੇਸ਼ਾਂ 'ਚ ਵਪਾਰ ਹੁੰਦਾ ਹੈ, ਉੱਥੇ ਸ਼ਰਤਾਂ ਕਿਹਦੇ ਦਬਾਅ ਥੱਲੇ ਮੰਨੀਆਂ ਜਾਂਦੀਆਂ ਜਾਂ ਕਿਹਦੇ ਪੱਖੋਂ ਮੰਨੀਆਂ ਜਾਂਦੀਆਂ ਨੇ, ਉਹ ਹਾਈਲੀ ਡਿਵੈਲਪ ਕੰਟਰੀ ਦੇ ਪੱਖੋਂ ਮੰਨੀਆਂ ਜਾਂਦੀਆਂ ਨੇ। ਇਸ ਲਈ ਜਦੋਂ ਟ੍ਰੇਡ ਹੁੰਦਾ ਉਹ 'ਚ ਜਿਹੜੀਆਂ ਸ਼ਰਤਾਂ ਨੇ ਉਹਦੇ ਹੱਕ 'ਚ ਹੋਣ ਕਰਕੇ ਉਹਦਾ ਨਫਾ ਵੀ ਉਹਨਾਂ ਦੇਸ਼ਾਂ 'ਚ ਜਾਂਦਾ ਹੈ। ਅਸੀਂ ਤਾਂ ਚਾਹੇ ਇੰਪੋਰਟ ਕਰਦੇ ਹਾਂ ਚਾਹੇ ਐਕਸਪੋਰਟ ਕਰਦੇ ਹਾਂ, ਸਾਨੂੰ ਉਹਦਾ ਨਫਾ ਨਹੀਂ ਹੋ ਰਿਹਾ, ਸਾਨੂੰ ਉਹਦਾ ਨੁਕਸਾਨ ਹੋ ਰਿਹਾ ਹੈ। ਇਸ ਲਈ ਕੁੱਲ ਮਿਲਾ ਕੇ ਸਾਨੂੰ ਆਪਦੇ ਘਰ ਨੂੰ ਜ਼ਿਆਦਾ ਠੀਕ ਕਰਨਾ ਪਊਗਾ। ਜਿਹੜੇ ਗਲਤ ਕੰਪੈਰੀਜ਼ਨ ਹੈ ਉਹ ਕਰਕੇ ਸਾਨੂੰ ਮੁੱਦੇ ਤੋਂ ਭਟਕਣਾ ਨਹੀਂ ਚਾਹੀਦਾ। ਸ਼ੁਕਰੀਆ ਡਾਕਟਰ ਸਾਹਿਬ, ਬਹੁਤ ਬਹੁਤ ਧੰਨਵਾਦ ਸਾਨੂੰ ਸਮਾਂ ਦੇਣ ਲਈ। ਤੁਹਾਡਾ ਸ਼ੁਕਰੀਆ ਜੀ। ਓਕੇ ਜੀ।